ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਬੜੀ ਕਿਰਪਾ ਜੀ, ਤੁਸੀਂ ਸੁਣਾਓ ਜੀ। ਬਿਲਕੁਲ ਠੀਕ ਠਾਕ ਹੈ। ਕੀ ਗੱਲ ਫੋਟੋਆਂ ਲੱਗੀਆਂ ਨੇ? ਪਤਾ ਨਹੀਂ ਮਰਜ਼ੀ ਨੇ ਕਰਨ ਬਾਦਸ਼ਾਹ ਜੋ ਹੈ। ਹਾਂ ਕਰਨ ਵਾਕਈ ਕਰਨ ਹੈ ਹੀ ਬਾਦਸ਼ਾਹ ਬੰਦਾ। ਕਰਨ ਨੂੰ ਆਪਾਂ ਜਦ ਤੱਕ ਸਾਡੇ ਬਾਦਸ਼ਾਹ ਕਾਲਰ ਇੱਕ ਆਏ ਨੇ ਉਹਨਾਂ ਨੂੰ ਲੈ ਲੈਣੇ। ਹਾਂਜੀ ਵੈਲਕਮ ਜੀ। ਹੈਲੋ 4758 ਕਾਲਰ ਤੁਸੀਂ ਕੱਟ ਗਏ ਜੀ। ਚਲੋ ਅੱਛਾ ਚਲੋ ਆਪਾਂ ਅੱਗੇ ਵੱਧਦੇ ਹਾਂ। ਪੱਟੀ ਸਾਹਿਬ ਸ਼ੁੱਕਰਵਾਰ ਹੈ ਤੇ ਉਦੋਂ ਤੇ ਬੜੀ ਚਰਚਾ ਰਹੀ ਓਵਰ ਟਾਈਮ ਦੀ, ਪਿਛਲੇ ਦੀ ਵੀ। ਕੈਨੇਡਾ ਡੇ ਆ, ਬਹੁਤ ਸਾਰੇ ਮਿੱਤਰ ਦੋਸਤ ਦੂਰ ਦੁਰੇਡੋਂ ਆ ਰਹੇ ਹੋਣਗੇ। ਜੇ ਤੇ 5-7-10 ਮਿੰਟ ਸਾਡੇ ਟੈਕਨੀਸ਼ੀਅਨ ਨੇ ਸਾਨੂੰ ਦੇ ਦਿੱਤੇ ਆਪਾਂ ਲੈ ਲਾਂਗੇ ਤੇ ਕਰਨ ਬਾਦਸ਼ਾਹ। ਹਾਂਜੀ ਤੇ ਜੇ ਨਹੀਂ ਤਾਂ ਫਿਰ ਆਪਾਂ ਕਾਲਾਂ ਜਿੰਨਾ ਚਿਰ ਆਈ ਚੱਲੀਆਂ 10 ਮਿੰਟ ਓਵਰ ਟਾਈਮ ਤੇ ਲੈ ਲਾਂਗੇ, ਨਹੀਂ ਤਾਂ ਫਿਰ ਬੱਲੇ ਬੱਲੇ। ਹਾਂਜੀ ਸਾਬਕਾ ਮੁੱਖ ਮੰਤਰੀ ਇਸ ਪਹਿਲੀ ਗੱਲ ਤੇ ਤੁਹਾਨੂੰ ਕੈਨੇਡਾ ਦੇ ਦੀ ਲੱਖ ਲੱਖ ਵਧਾਈ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਠੀਕ ਹੈ, ਕੈਨੇਡਾ ਦੀ ਇੱਕ ਧਰਤੀ, ਇਹੋ ਜਿਹਾ ਸਮੁੰਦਰ, ਇਸ ਵਿੱਚ ਹਰ ਪ੍ਰਕਾਰ ਦੀਆਂ ਜਿਹੜੀਆਂ ਨਾ ਮੱਛੀਆਂ ਕੀ ਵੱਡੇ ਵੱਡੇ ਮਗਰਮੱਛ ਵੀ ਸਮਾ ਜਾਂਦੇ, ਬਹੁਤ ਸਾਰੀਆਂ ਲੇਕ ਬੜੀਆਂ ਨੇ ਇੱਥੇ। ਹਾਂਜੀ ਝੀਲਾਂ ਅੱਜ ਵੀ ਇੱਥੇ ਸਾਡੇ 86 ਮਗਰਮੱਛ ਜਿਹੜੇ ਨੇ ਕੈਨੇਡਾ ਚ ਪਾਏ ਬੈਠੇ ਨੇ। ਉਹਨਾਂ ਨੂੰ ਜ਼ਿਕਰ ਫਿਰ ਕਰਾਂਗੇ। ਮੈਂ ਕਹਿੰਦਾ ਪੱਟੀ ਸਾਹਿਬ ਸਾਡੇ ਇੱਥੇ ਘਰਾਂ ਨੂੰ ਜਿਹੜੀ ਅੱਗ ਲੱਗੀ ਆ ਨਾ, ਜੀ ਜੀ ਜੀ, ਜਿਹੜੇ ਇੱਥੋਂ 150 ਕਿਲੋਮੀਟਰ ਦੂਰ ਜਾ ਕੇ 60-70 ਕਿਲੋਮੀਟਰ 80 ਕਿਲੋਮੀਟਰ ਦੂਰ ਜਾ ਕੇ, ਮੈਂ ਕਰਨ ਨਾਲ ਗੱਲ ਹੀ ਕਰ ਰਿਹਾ ਸੀ ਕਿਉਂਕਿ ਨਿਊ ਕਮਰਸ ਨੇ ਹਰ ਬੰਦਾ ਸੋਚਦਾ ਕਿ ਅਸੀਂ ਵੀ ਸੋਚਦੇ ਸਾਂ ਟੱਚਵੁੱਡ ਕੈਨੇਡਾ ਡੇ ਆ, ਸਹੁੰ ਨਹੀਂ ਖਾਣੀ ਚਾਹੀਦੀ ਕਿਸੇ ਦੀ, ਸਹੁੰ ਆਪਣੇ ਇਸ਼ਟ ਦੀ ਵੀ ਨਹੀਂ ਖਾਣੀ ਚਾਹੀਦੀ, ਪਰਮਾਤਮਾ ਜਾਣਦਾ। 92 ਚ ਆਏ ਸੀ ਪੱਟੀ ਸਾਹਿਬ। ਜਿਸ ਘਰ ਚ ਮੈਂ ਬੈਠਾ ਨਾ, ਇਹ ਘਰ ਸਾਨੂੰ ਕੋਈ ਇੱਕ ਸੱਜਣ ਸਾਡਾ ਬੰਗਾਲੀ ਸੀ ਮਿੱਤਰ, ਅਸੀਂ ਉਹਦੇ ਨਾਲ 2 ਜਣੇ ਬੈਠੇ ਸੀ, ਮੈਨੂੰ ਯਾਦ ਨਹੀਂ ਨਾਲ ਕੌਣ ਸੀ ਕਿਉਂਕਿ 92 ਦੀ ਗੱਲ ਹੈ। ਉਦੋਂ ਦਿਲ ਨਹੀਂ ਸੀ ਲੱਗਦਾ ਚਲੋ ਤੁਹਾਨੂੰ ਖੇਤ ਖੂਦ ਦਿਖਾ ਕੇ ਲਿਆਉਂਦੇ ਆ। ਮੈਂ ਕਈ ਵਾਰੀ ਗੱਲ ਕੀਤੀ ਆ 97 ਤੱਕ, 92 ਤੇ ਬੜੀ ਦੂਰ 97 ਤੱਕ ਸਾਡਾ ਇੱਥੇ ਕੁਈਨ ਤੇ ਥੜਾ ਸੁਪਰ ਮਾਰਕੀਟ ਹੁੰਦਾ ਸੀ। ਆ ਮੇਵਸ ਜਿਹੜੀ ਬਰਟਾਨੀਆ 91 ਹੁੰਦੀ ਸੀ, ਜਿਵੇਂ ਪਿੰਡਾਂ ਨੂੰ ਪੈ ਜਾਂਦੇ ਆ 91 ਸੜ ਗੱਡੀ ਆਉਣੀ, ਇੱਕ ਨੇ ਸਾਈਡ ਨੂੰ ਕਰ ਲੈਣੀ, ਆਸੇ ਪਾਸੇ ਦਰਖਤ ਹੁੰਦੇ ਸੀ, ਕੋਈ ਟਾਵੀਂ ਕੋਈ ਬਿਲਡਿੰਗ ਆ ਜਾਣੀ ਤੇ ਦੂਜੇ ਪਾਸੇ ਨੂੰ ਕਰਕੇ ਤੇ ਉਹਨੂੰ ਨਗਾਉਣਾ। ਆ ਜਿਹੜੀ ਬਰਟਾਨੀਆ ਦੀ ਗੱਲ ਕਰਦਾ, ਬਰਟਾਨੀਆ ਦੀ। ਤੇ ਜਦੋਂ ਇਹਦੇ ਵਿੱਚੋਂ 401 ਚੋਂ ਮੇਵਸ ਨਿਕਲੀ ਆ, ਇੱਧਰ ਲਹਿਰਾਂ ਸ਼ਹਿਰਾਂ ਹੋ ਗਈਆਂ ਕਿਉਂਕਿ ਡਿਵਾਈਡ ਸੀ, ਵੰਡਿਆ ਪਿਆ ਸੀ, ਜਿਵੇਂ ਪੁਲ ਹੁੰਦਾ ਮਲੁੱਕਾ ਕੋ ਦਰਿਆ ਹੁੰਦਾ। ਤੇ ਇੱਧਰ ਜਦੋਂ ਸਾਨੂੰ ਖਾਉਣ ਆਏ ਸੀਗੇ, ਸਾਡੇ ਕੋਲ ਪੱਲੇ ਕੁਛ ਨਹੀਂ ਸੀ, ਮੁੱਠੀ 'ਚ ਪੈਸੇ ਵੀ ਨਹੀਂ ਸੀ। ਕਿਸੇ ਵੇਲੇ ਇਹ ਹੁੰਦਾ ਨਾ, ਜਿਹੜੇ ਆਉਂਦੇ ਸੀ ਉਹ ਮਾੜਾ ਮੋਟਾ ਚਲੋ ਖਰਚ ਖੁਰਚ ਕੇ $20 ਤੇ ਕਨਵਰਟ ਹੁੰਦੇ ਸੀ ਸਾਰੇ ਉਦੋਂ। ਉਹ ਵੀ ਪੇਪਰ ਭਰਨੇ ਪੈਂਦੇ ਸੀ, $20 ਤੁਸੀਂ ਇਹ ਕਨਵਰਟ ਕਰ ਲਗੇ, ਫਾਈਲ ਅਪ ਕਰਕੇ ਕਾਊਂਟਰ ਤੇ ਫੇਰ ਭਰਨੇ ਪੈਂਦੇ ਸੀ ਈਚ ਪਰਸਨ। ਜੇ ਵੱਧ ਕਰਨੇ ਆ ਤੇ ਉਹ ਪੇਪਰ ਬੜੇ ਭਰਨੇ ਪੈਂਦੇ ਸੀ। ਇੰਨੀ ਵੈਲਿਊ ਸੀ ਪੈਸੇ ਦੀ ਉਦੋਂ। ਤੇ ਇੱਥੇ ਜਦੋਂ ਆਏ ਸੀਗੇ ਤੇ ਘੁੰਮਣ ਫਿਰਨ, ਜੋਬ ਨਹੀਂ, ਚਲੋ ਘੁੰਮਣ ਫਿਰਨਾ। ਤੇ ਜਿਹੜੇ ਆ ਘਰ ਬਣੇ ਉਦੋਂ ਇਹਨਾਂ ਸਮੇਂ, ਉਹਨਾਂ 92-93 ਵੱਡੇ ਵੱਡੇ ਘਰ ਬਣਦੇ ਪਏ ਸੀ। ਚਲੋ ਵੱਡਾ ਤੇ ਚਲੋ ਉਦੋਂ ਵੱਡੇ ਵੱਡੇ ਵੀ ਬਾਬਿਆਂ ਕੋਲ ਹੈਗੇ ਆ, ਸਾਡੇ ਕੋਲ ਤੇ ਚਲੋ ਇਹ ਜੋ ਹੈਗਾ ਅੱਜ ਕੱਲ੍ਹ ਤੇ ਸਾਡੇ ਤੋਂ ਪਿੱਛੋਂ ਆਏ ਨੇ, ਉਹਨਾਂ ਕੋਲ ਇਹੋ ਜਿਹੇ 10 ਘਰ ਵੀ ਹੈਗੇ ਨੇ, ਹੁੱਬ ਕੇ ਦੱਸਦੇ ਨੇ। ਸਾਡੇ ਕੋਲ ਪਿੱਛੇ ਭਾਜੀ ਇਹ ਜਿੰਨਾ ਕੁ ਤੁਹਾਡੇ ਕੋਲ ਹੈਗਾ, ਇੱਥੇ ਘਰੇ ਆ ਕੇ ਮੇਰਾ ਦਾੜੀ ਪੁੱਟ ਜਾਂਦੇ ਆ ਕੁਛੜ ਬਹਿ ਕੇ, ਭਾਜੀ ਆ ਗਈ ਇਹ ਤੇ ਤੁਹਾਡੇ ਤੋਂ ਪਿੱਛੋਂ ਆਏ। ਸਾਡੇ ਕੋਲ 2 ਸਵਿਮਿੰਗ ਪੂਲ ਵਾਲੇ ਘਰ ਹੈ, ਇੱਕ ਬੇਸਮੈਂਟ 'ਚ, ਇੱਕ ਬਾਹਰ ਵੀ ਪਿਆ ਹੈਗਾ। ਮੈਂ ਕਿਹਾ ਠੀਕ ਆ ਭਾਜੀ, ਅਸੀਂ ਤੇ ਇਮਾਨਦਾਰੀ ਨਾਲ ਲੱਗੇ ਹੋਏ। ਇਹ ਘਰ ਉਦੋਂ ਵੱਡੇ ਘਰ ਬਣਨੇ ਜਾਂਦੇ ਸੀ ਤੇ ਸੋਚਿਆ ਨਹੀਂ ਸੀ ਕਦੀ ਕਿ ਸਾਨੂੰ ਇਹ ਮਿਲਣਗੇ ਵੀ ਅਸੀਂ ਲੈ ਸਕਾਂਗੇ, ਕਮਾ ਸਕਾਂਗੇ, ਹਨਾ। ਬਿਲਕੁਲ ਜੀ ਬਿਲਕੁਲ। ਗੱਲ ਛੋਟੀ ਕਰਦਾ, ਕਰਨ ਬੈਠਾ ਤੇ ਇਹ ਕਹਿੰਦਾ ਅੰਕਲ ਚੱਲਦੇ ਪਏ ਸੀ, ਗੱਲ ਚੱਲਦਾ ਰਹਿੰਦਾ, ਸਲਾਹ ਲੈਂਦਾ ਰਹਿੰਦਾ, ਹਨਾ। ਮੰਨਦਾ ਵੀ ਹੈ ਬੱਚਾ, ਮੰਨਦਾ ਵੀ ਹੈ। ਮੈਂ ਇਹ ਤੇ ਕਹੂੰਗਾ ਕਰਨ ਧੁੰਨਾ ਸਾਡਾ ਟੈਕਨੀਸ਼ੀਅਨ ਮੰਨਦਾ ਵੀ ਹੈ। ਮੈਂ ਡਾਂਟਿਆ ਵੀ ਇੱਕ ਦਿਨ ਬੜਾ ਘੂਰ ਕੇ, ਸਹਿਮ ਗਿਆ। ਮਤਲਬ ਗੱਲ ਚੱਲੀ ਸੀ ਕੋਈ, ਫਿਰ ਕਿਤੇ ਸਾਂਝੀ ਕਰਾਂਗੇ। ਮੈਂ ਡਾਂਟਿਆ, ਮੈਂ ਕਿਹਾ ਤੇਰੇ ਮੰਮੀ ਡੈਡੀ ਨੇ ਵੀ ਡਾਂਟਣਾ ਜਿਵੇਂ ਮੈਂ ਡਾਂਟੂਗਾ। ਜੇ ਨਾ ਗੱਲ ਮੰਨੀ ਤੇ ਫਿਰ ਤੈਨੂੰ ਜੁੱਤੀ ਵੀ, ਮੈਂ ਇਹ ਵੀ ਗੱਲ ਕਹੀ, ਮੈਂ ਵੀ ਅੰਮ੍ਰਿਤਸਰੀਆਂ ਵੀ ਜੁੱਤੀ ਵੀ ਪੈਣੀ ਆ। ਫਿਰ ਸੰਭਲ ਗਿਆ, ਕਹਿੰਦਾ ਨਹੀਂ ਕਰਦਾ। ਮੈਂ ਕਿਹਾ ਨਹੀਂ, ਗੱਲ ਕੀ ਸੀ, ਗੱਡੀ ਲੈਣੀ ਸੀਗੀ, ਮਤਲਬ ਗੱਡੀ ਲੈਣੀ ਸੀਗੀ। ਤੇ ਮੈਂ ਕਿਹਾ ਵੀ ਇਹ ਨਹੀਂ ਲੈਣੀ, ਜੇ ਲੈਣੀ ਹੈ ਤਾਂ ਇੱਥੋਂ ਸ਼ੁਰੂ ਕਰਨੀ। ਜੇ ਮੈਨੂੰ ਪੁੱਛਿਆ ਇੱਥੋਂ ਸ਼ੁਰੂ ਕਰਨੀ ਆ, ਲੈਣ ਨੂੰ ਤਾਂ ਭਾਵੇਂ ਜਿਹੜੀ ਮਰਜ਼ੀ ਲੈ ਲਓ, ਪਰ ਆ ਖਰਚੇ ਨਾਲ ਪੈਣੇ ਆ। ਤੇ 5-7 ਮਿੰਟ ਬੋਲਿਆ ਨਹੀਂ, ਮੁੜ ਕੇ ਫਿਰ ਕਹਿੰਦਾ ਅੰਕਲ ਠੀਕ ਆ। ਫਿਰ ਅਗਲੇ ਦਿਨ ਮੈਂ ਪੁੱਛਿਆ ਤੂੰ ਗੁੱਸਾ ਤਾਂ ਨਹੀਂ ਕੀਤਾ? ਕਹਿੰਦਾ ਨਹੀਂ, ਮੈਨੂੰ ਸਮਝ ਲੱਗ ਗਈ। ਸੋ ਨਿਊ ਕਮਰਸ ਜਿਹੜੇ ਨੇ
ਉਹ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਘਰ ਕਿਵੇਂ ਲੈਣਾ। ਜੀ ਜੀ ਬਈ ਜਿੰਨਾ ਕੋ ਤੇ ਪਿੱਛੇ ਬਾਪੂ ਦੀ ਧਨ ਦੌਲਤ ਹੈਗੀ ਆ ਉਹਨਾਂ ਤੇ ਕੋਈ ਪਰਵਾਹ ਨਹੀਂ। ਜਿਹੜੀ ਤੁਸੀਂ ਗੱਲ ਲੀਡਰਾਂ ਦੀ ਕੀਤੀ ਹੈ, ਲੀਡਰਾਂ ਦੇ ਹੀ ਸਿਆਪੇ ਪਾਏ ਹੋਏ ਨੇ ਇੱਥੇ। ਵੱਡੇ ਵੱਡੇ ਜਿਹੜੇ ਨਾ ਫਾਰਮ ਹਾਊਸ ਜਿਹੜੇ ਕੌਡੀਆਂ ਦੇ ਭਾਅ ਤੇ ਜਿਹੜੇ 100-200 ਕਿਲੋਮੀਟਰ ਦੂਰ ਜਾ ਕੇ 4-5 ਮਿਲੀਅਨ ਦੇ ਥੱਲੇ ਮਿਲ ਜਾਂਦੇ ਸੀ, ਉਹ 25-30 ਮਿਲੀਅਨ ਦੇ ਇਹਨਾਂ ਨੇ ਕੀਤੇ। ਪੈਸਾ ਰੱਖਣਾ ਫੂਕਣਾ ਇਹਨਾਂ ਨੇ ਉੱਥੇ। ਇਹਨਾਂ ਨੂੰ ਕੀ ਪਤਾ ਵੀ ਕਿਹੜੇ ਵੇਲੇ ਨੋਟਬੰਦੀ ਹੋ ਜਾਣੀ ਤੇ ਫਿਰ ਲੱਭੜੇ ਨਹੀਂਗੇ, ਬਿਲਕੁਲ ਜੀ। ਸਾੜਨੇ ਪੈਣੇ। ਇੱਥੇ ਇਹਨਾਂ ਦੇ ਵਿੱਚ 100 ਰੱਬ ਕਰੇ ਚੰਗੇ ਵੀ ਹੋਣਗੇ ਲੀਡਰ, ਇਹਨਾਂ ਦੀਆਂ ਕਰਤੂਤਾਂ ਨੇ ਆ ਜਿਹੜੇ ਇੱਥੇ ਭਾਅ ਇੰਨੇ ਵਧੇ ਹੋਏ। ਤੇ ਕੁਝ ਵੈਸੇ ਸਾਡਿਆਂ 'ਚ ਫੁਕਰਾਪੰਥੀ ਵੀ ਬੜੀ ਹੈਗੀ ਆ। ਇਹ ਨਹੀਂ ਵੇਖਦੇ ਕਿ ਅਸੀਂ 25 ਸਾਲ ਹੋ ਗਏ, 30 ਸਾਲ ਬਰਫਾਂ ਮਿੱਧਦੀਆਂ ਕਾਮਯਾਬ ਹੋਏ ਆ। ਤੇ ਨਵਾਂ ਰਿਸ਼ਤੇਦਾਰ ਆਇਆ, ਕਹਿੰਦਾ ਕਿ ਮੈਂ ਤੇਰੇ ਨਾਲੋਂ ਦੋ ਬੈਡਰੂਮ ਵੱਡੇ ਲੈਣੇ ਨੇ, ਭਾਵੇਂ ਖਾਲੀ ਪੈ ਰਹਿਣ। ਪਰ ਕੈਨੇਡਾ ਸਭ ਨੂੰ ਦਿੰਦਾ, ਕੈਨੇਡਾ ਸਭ ਨੂੰ ਦਿੰਦਾ, ਸਭ ਕੁਝ ਹੈਗਾ, ਸਭ ਨੂੰ ਮਿਲਦਾ। ਇਹਦਾ ਮਤਲਬ ਮੈਂ ਜੋ ਕਿਹਾ ਫਿਰ ਠੀਕ ਹੈ। ਬਿਲਕੁਲ ਸਹੀ ਕਿਹਾ ਤੁਸੀਂ, ਜੀ ਬਿਲਕੁਲ ਸਹੀ ਕਿਹਾ। ਪਰ ਇਮਾਨਦਾਰੀ ਜ਼ਿੰਦਗੀ ਰੱਖਣੀ ਚਾਹੀਦੀ ਆ, ਇਮਾਨਦਾਰੀ ਨਾਲ ਕੰਮ ਕਰਨਾ। ਬੱਚੇ ਸਟੂਡੈਂਟ ਸਾਨੂੰ ਕਿਤੇ ਸੁਣਦੇ ਹੋਣ, ਦੇਖਦੇ ਹੋਣ, ਸ਼ੇਅਰ ਕਰਦੇ ਹੋਣ, ਮੈਂ ਉਹਨਾਂ ਨੂੰ ਆਪਣੇ ਬੱਚਿਆਂ ਕੋਲ, ਕਿ ਮੈਂ ਹੁਣ ਬੱਚਾ ਕਹਿ ਸਕਦਾ, ਬੇਟਾ ਵਿਆਹ ਦਿੱਤਾ, ਬਈ ਸਭ ਕੁਝ ਹੈ, ਸਭ ਕੁਝ ਤੁਹਾਡੀ ਨਾ ਕਾਮਯਾਬੀ ਕਦਮ ਚੁੰਮੂਗੀ ਜੇ ਤੁਸੀਂ ਆਪਣੇ ਆਤਮ ਵਿਸ਼ਵਾਸ ਨੂੰ, ਆਪਣੀ ਇਮਾਨਦਾਰੀ ਨਾਲ ਅਗਾਂਹ ਵਧਣ ਦੀ ਕੋਸ਼ਿਸ਼ ਕਰੋਗੇ। ਮੈਂ ਸੱਚ ਸੁਣਾਇਆ ਪਾਟੀ ਸਾਹਿਬ, ਅੱਜ ਸੱਚ ਸੁਣਾਇਆ। ਜੀ ਜੀ ਇੱਕ ਹੋਰ ਇੱਕ ਤੁਹਾਡੇ ਨਾਲ ਰਲ ਕੇ ਇੱਕ ਹੋਰ ਸੱਚ ਸੁਣਾ ਦਿੰਦਾ। ਜੀ ਇੱਕ ਹੋਰ ਸੱਚ, ਸਿਰੇ ਦਾ ਸੱਚ ਆ, ਕੋਈ ਬੰਦਾ ਸੱਚ ਦੱਸੂਗਾ ਨਹੀਂ। ਕੰਮ ਨਹੀਂ ਸੀ ਮਿਲਦਾ ਪਾਟੀ ਸਾਹਿਬ, ਮੈਨੂੰ ਨਹੀਂ ਪਤਾ ਕਿੱਥੇ ਤੱਕ ਜਾਣਾ ਵਾ, ਕਿੱਥੋਂ ਤੱਕ ਜਾਣਾ। ਕੰਮ ਨਹੀਂ ਸੀ ਮਿਲਦਾ ਇੱਥੇ। 92 ਦੇ ਵਿੱਚ ਰਿਸੈਸ਼ਨ ਬੜਾ ਵੱਡਾ ਸੀ। ਜੀ ਜੀ ਆ ਕੇ ਸਹੁਰੇ ਘਰ, ਕਿਉਂਕਿ ਮੈਂ PR ਆਇਆ ਸੀਗਾ, ਹੁਣ ਸਹੁਰੇ ਘਰ ਬੈਠੇ ਆ, ਸਵੇਰੇ ਸ਼ਾਮ ਨੂੰ ਖਾਣ ਨੂੰ ਤੇ ਮਿਲ ਜਾਂਦਾ, ਪਰ ਅੰਦਰ ਜਿਹੜਾ ਮੇਰਾ ਉੱਥੇ ਪਿੰਡ ਤੋਂ ਪਤਾ ਕਰ ਸਕਦਾ, ਆਪਣੀ ਇਲੈਕਟ੍ਰੋਨਿਕਸ ਦੀ ਦੁਕਾਨ ਸੀਗੀ, 2 ਮੁੰਡੇ ਕੰਮ ਵੀ ਸਿੱਖਦੇ ਸੀ, ਆਪ ਵੀ ਇਲੈਕਟ੍ਰੋਨਿਕਸ ਦਾ ਮਾੜਾ ਮੋਟਾ, ਚਲੋ ਜਿੰਨਾ ਉਸ ਵਕਤ ਕਮਾਈਦਾ ਸੀ, ਦਿਨ 'ਚ 2 ਵਾਰੀ ਨਹਾ ਕੇ ਤੇ ਫੇਰ ਆਈਦਾ ਸੀਗਾ। ਹਾਂਜੀ, ਲੰਚ ਕਰਨ ਗਏ ਤਾਂ ਵੀ ਨਹਾ ਆਉਣਾ, ਤੇ ਸ਼ਾਮ ਨੂੰ ਜਾ ਕੇ ਨਹਾਉਣਾ ਹੀ ਨਹਾਉਣਾ, ਤੇ ਸਵੇਰੇ ਨਹਾ ਕੇ ਆਉਣਾ, ਹਨਾ। ਤੇ ਚੰਗੀ ਰੋਟੀ ਖਾਂਦੇ ਸੀ। ਚਲੋ ਐਨੀਵੇ ਠੀਕ ਆ, ਮਾੜੇ ਚੰਗੇ ਦਿਨ ਆਉਂਦੇ ਹਰ ਬੰਦੇ ਤੇ। ਪਰ ਇੱਥੇ ਜਦੋਂ ਆਏ ਤੇ ਕੰਮ ਨਾ ਮਿਲਣਾ, ਬੜਾ ਪਰੇਸ਼ਾਨ। ਬ੍ਰਦਰ ਨੂੰ ਚਿੱਠੀ ਲਿਖੀ, ਭਾਜੀ ਵੀ 3-4 ਮਹੀਨੇ ਹੋ ਗਏ, ਕੰਮ ਤੇ ਮਿਲਦਾ ਨਹੀਂ ਯਾਰ। ਚਲੋ ਆਪਣੀ ਦੁਕਾਨਦਾਰੀ ਚੱਲਦੀ ਹੈ ਇੱਥੇ, ਤੁਸੀਂ ਤਾਂ ਕਰੋ, ਕਿਸੇ ਤਰੀਕੇ ਨਾਲ ਟਿਕਟ ਭੇਜੋ, ਵਾਪਸ ਆ ਜਾਂਦਾ ਮੈਂ। ਉਹ ਮਜ਼ਾਕੀਆ ਸੀ ਭਰਾ, ਵੱਡਾ ਪਿਓਾਂ ਬਰਾਬਰ ਟੀਚਰ ਸੀਗੇ। ਕਹਿੰਦੇ ਯਾਰ 2-3 ਮਹੀਨੇ ਤੇ ਲੋਕ ਹਨੀਮੂਨ ਬਣਾਉਣ ਤੋਂ ਚੱਲ ਜਾਂਦੇ, ਤੂੰ ਪਤੰਦਰਾ ਹੋਣੇ ਕਾਲਾ ਪੈ ਗਿਆ ਉਦੋਂ। ਹਾਂਜੀ, ਚਿੱਠੀਆਂ ਆਉਂਦੀਆਂ ਜਾਂਦੀਆਂ ਸੀਗੀਆਂ। ਮੈਂ ਤਾਂ ਚਿੱਠੀ ਲਿਖੀ ਸੀ, ਉਹਨਾਂ ਨੇ ਫੋਨ ਕੀਤਾ। ਹਾਂਜੀ, ਤੇ ਫੋਨ ਤੇ 2-2.5-3 ਮਿੰਟ ਗੱਲ ਹੋਈ, ਸਿਰਫ ਇੰਨੀ ਗੱਲ ਕੀਤੀ ਤੇ ਮੈਂ ਪੱਲੇ ਬੰਨ ਲਈ। ਓਲਡ ਵੈਸਟਰਨ ਗੁਰਦੁਆਰਾ ਸਾਹਿਬ ਉਦੋਂ ਲਾਗੇ ਪੈਂਦਾ ਸੀ, 7-8 ਕਿਲੋਮੀਟਰ। ਸਵੇਰੇ ਜਾਣਾ ਤੁਰ ਕੇ, ਦੁਪਹਿਰੇ ਜਾਣਾ ਤੁਰ ਕੇ, ਆ ਜਾਣਾ, ਚੱਲ ਜਾਣਾ। ਜੋਬਾਂ ਅਪਲਾਈ ਕਰਨੀਆਂ, ਨਾ ਮਿਲਣਾ। ਮੈਂ ਕੈਨੇਡਾ ਡੇ ਤੇ ਆਪਣੀ ਸੱਚਾਈ ਦੱਸਣ ਲੱਗਾ। ਸਾਨੂੰ ਨਾ ਮੇਰਾ, ਹੁਣ ਮੈਂ ਸਿਰਫ ਏਰੀਆ ਦੱਸੂਗਾ, ਗਮਟਾਲੇ ਦਾ ਇੱਕ ਬੜਾ ਚੰਗਾ ਧਨਾੜ ਪਰਿਵਾਰ ਦਾ ਮੁੰਡਾ ਸੀ, ਉਹ ਮੇਰੇ ਨਾਲ ਉਦੋਂ ਆਇਆ ਸੀ, ਨਾਂ ਨਹੀਂ ਲੈਣਾ ਮੈਂ। ਤੇ ਜਦੋਂ ਉਹਨੂੰ ਮਿਲਣਾ, ਬੁਲਟ ਮੋਟਰਸਾਈਕਲ ਹੁੰਦੀ ਸੀ, ਲੰਡੀ ਜੀਪ ਹੁੰਦੀ ਸੀ ਉਹਦੇ ਕੋਲ, ਤੇ ਲਾਗੇ ਭੈਣ ਜੀ ਹੁਣੀ ਰਹਿੰਦੇ ਸੀ, ਤੇ ਮੈਂ ਉਹਨੂੰ ਜਾਣਦਾ ਸੀ। ਉਦੋਂ ਟਾਵੇਂ ਪੰਜਾਬ ਤੋਂ ਆਉਂਦੇ ਸੀ ਮੁੰਡੇ। ਤੇ ਜਦੋਂ ਆਏ ਅਸੀਂ ਇੱਕ ਦੂਜੇ ਨਾਲ, ਉੱਥੇ ਹੀ ਪਤਾ ਲੱਗ ਗਿਆ ਵੀ ਚੱਲੇ ਆ ਜੀ ਭਾਜੀ, ਚੱਲੇ ਆ, ਆਪਾਂ ਵੀ ਚੱਲੇ ਆ, ਆਪਾਂ ਨੂੰ ਵੀ ਵੀਜ਼ਾ ਮਿਲ ਗਿਆ ਜੀ, ਚੱਲੇ ਆ। ਚਲੋ ਇੱਥੇ ਆ ਕੇ ਇੱਕ ਦੂਜੇ ਨਾਲ ਗੱਲਬਾਤ ਕੀਤੀ। ਉਹ ਵੀ ਬੜਾ ਦੁਖੀ, ਭਾਜੀ ਕੰਮ ਨਹੀਂ ਮਿਲਦਾ। ਮੈਂ ਕਿਹਾ ਮੈਨੂੰ ਵੀ ਨਹੀਂ ਮਿਲਦਾ। ਕਹਿੰਦਾ ਮੈਨੂੰ ਕਿਸੇ ਨੇ ਦੱਸਿਆ, ਹੁਣ ਸੱਚ ਦੱਸਣ ਲੱਗਾ, ਦੋਸਤੋ ਸਰੋਤਿਓ ਰੱਬ ਵਰਗਿਓ, ਬੜਾ ਮਾਣ ਦਿੱਤਾ। ਕਹਿੰਦਾ ਯਾਰ ਇੱਕ ਥਾਂ ਤੇ ਨਾ ਉੱਥੇ ਏਜੰਸੀ ਵਾਲੇ ਲੈ ਕੇ ਜਾਂਦੇ ਆ, ਸਿਰਫ ਕਨਵਰਟ ਹੋ ਗਿਆ। ਪਾਟੀ ਸਾਹਿਬ ਸੁਣੀ ਚੱਲਿਓ, ਕਨਵਰਟ ਇਹ ਹੋ ਗਿਆ ਕਿ ਉੱਥੇ ਟਰੱਕ ਡਰਾਈਵਰ ਨੂੰ ਛੇਤੀ ਕੀਤੇ, ਟੈਕਸੀ ਡਰਾਈਵਰ ਨੂੰ ਕੋਈ ਰਿਸ਼ਤਾ ਨਹੀਂ ਕਰਦਾ। ਇੱਥੇ ਆ ਗਈ ਲੌਜਿਸਟਿਕ, ਆ ਗਈ ਲੌਜਿਸਟਿਕ, ਮਤਲਬ ਟਰੱਕਿੰਗ ਇੰਡਸਟਰੀ, ਲੌਜਿਸਟਿਕ, ਟਰਾਲਾ ਚਲਾਉਂਦਾ ਮੁੰਡਾ, ਹਨਾ, ਟਰੱਕ ਚਲਾਉਂਦਾ। ਬਦਲ ਗਿਆ ਕੰਮ। ਉੱਥੇ ਟਰੱਕ ਡਰਾਈਵਰ ਆ, 100 ਮਤਲਬ ਰਿਸ਼ਤੇ ਲੱਭ ਕੇ ਫੇਕ ਕਿਤੇ ਰਿਸ਼ਤਾ ਆਊਗਾ। ਚਲੋ 4 ਪੈਲੀ ਵੀ ਆ ਗਈ, ਮੁੰਡੇ ਨੇ ਵੈਸੇ ਟਰੱਕ ਪਾਇਆ। ਟੈਕਸੀ ਵਾਲੇ ਨੂੰ ਤੇ ਉਦਾਂ ਹੀ ਨਹੀਂ, ਹਨਾ। ਇੱਥੇ ਆ ਕੇ ਜੀ ਲਿਮੋ ਚਲਾਉਂਦਾ ਮੁੰਡਾ, ਮੋਟੇ ਡਾਲੇ ਆ, ਘਰ ਵੀ ਆ ਕੈਨੇਡਾ। ਅੱਛਾ, ਜਦੋਂ ਮੈਨੂੰ ਉਹਨੇ ਕਿਹਾ, ਕਹਿੰਦਾ ਵੀ ਉਹ ਨਾ ਏਜੰਸੀ ਵਾਲੇ ਲੈ ਕੇ ਜਾਂਦੇ ਆ। ਮੈਂ ਕਿਹਾ ਜੀ ਕੀ ਹੈ? ਕਹਿੰਦੇ ਜੀ ਕੰਮ ਕਰਨਾ ਹੁੰਦਾ, ਸ਼ਾਮ ਨੂੰ, ਸਵੇਰੇ ਜਾਣਾ, ਸ਼ਾਮ ਨੂੰ ਪੈਸੇ ਮਿਲ ਜਾਂਦੇ ਆ।
ਮੈਂ ਕਿਹਾ ਕਿਹੜੀ ਗੱਲ ਆ, ਆਪਾਂ ਚੱਲਾਂਗੇ। ਬੜੇ ਰੀਜਨਲ ਲੰਚ ਪਾਇਆ ਜੀ, ਵੀ ਲੰਚ ਤੇ ਲੈ ਕੇ ਹੀ ਜਾਣਾ। ਟਿਫਨ ਲਿਆਂਦਾ, ਲੰਚ ਪਾਇਆ ਉਹਦੇ ਵਿੱਚ ਪਾ ਕੇ ਤੇ ਚੱਲ ਗਏ ਉੱਥੇ ਜਿੱਥੇ ਏਜੰਸੀ ਵਾਲੇ ਲੈ ਕੇ ਜਾਂਦੇ ਸੀ। ਜਦੋਂ ਮੈਂ ਉਸ ਜਗ੍ਹਾ ਥਾਣੀ ਲੰਘਦਾ ਨਾ, ਅੱਖਾਂ ਭਰ ਆਉਂਦੀਆਂ ਨੇ। ਹਾਂਜੀ, ਤੇ ਉੱਥੇ ਜਦੋਂ ਖਲੋਤੇ ਤੇ ਜਿਹੜੇ ਪਹਿਲਾਂ ਖਲੋਤੇ ਸੀਗੇ, ਜਿਨ੍ਹਾਂ ਨੂੰ ਪਤਾ ਸੀ, ਜਿਹੜੇ ਡੇਲੀ ਜਾਂਦੇ ਸੀ, ਉਹ ਗੱਡੀ ਆਈ ਇੱਕ ਵੈਨ ਜੀ, ਉਹ 'ਚ ਚੜ੍ਹ ਕੇ ਤੇ ਚੜ੍ਹ ਗਏ। ਹੁਣ ਸਾਹੀ ਤੇ ਇਹ ਸੋਚਿਆ ਸੀਗਾ ਭਾਈ ਜਿਹੜਾ ਪਹਿਲਾਂ ਆਊਗਾ ਪਹਿਲਾਂ ਜਾਊਗਾ, ਕੁਖਤੇ ਤੇ ਇੱਕ ਸਿਸਟੇਮੈਟਿਕਲੀ ਕੰਮ ਹੈਗਾ ਕੈਨੇਡਾ ਅਮਰੀਕਾ ਦੇ ਵਿੱਚ, ਵੀ ਜਿਹੜਾ ਪਹਿਲਾਂ ਲਾਈਨ 'ਚ ਲੱਗਾ ਪਹਿਲਾਂ ਚੜ੍ਹ ਜਾਓ, ਧੱਕਾ ਧੁੱਕਾ ਮਾਰ ਕੇ ਚੜ੍ਹ ਗਏ। ਅੱਛਾ 2 ਦਿਨ ਗਏ, ਤੀਜੇ ਦਿਨ ਕਹਿੰਦਾ ਭਾਈ ਆਪਣੇ ਤਾਂ ਗੱਲ ਨਹੀਂ ਬਣਨੀ ਇੱਥੇ, ਆਪਾਂ ਚਲੋ ਕੋਈ ਹੋਰ ਕੰਮ ਕਰਦੇ। ਮਤਲਬ ਕਹਿਣ ਤੋਂ ਭਾਵ ਕਿ ਜਿਹੜੀ ਅੰਮ੍ਰਿਤਸਰ ਜਾਂ ਜਲੰਧਰ ਜਾਂ ਫਗਵਾੜਾ ਜਾਂ ਲੁਧਿਆਣਾ ਜਾਂ ਕਿਤੇ ਥਾਂ ਤੇ ਇੱਕ ਜਿਹੜੀ ਖਲੋਤੇ ਹੁੰਦੇ ਆ ਨਾ ਲੇਬਰ ਮਾਰਕੀਟ, ਜੀ ਉਸ ਲੇਬਰ ਮਾਰਕੀਟ ਵਾਲਾ ਹੀ ਕੰਮ ਸੀ ਉਦੋਂ ਉਸ ਏਜੰਸੀ 'ਚ ਜਾਣ ਵਾਸਤੇ। ਉੱਥੇ ਖਲੋਤੇ ਆ ਲੋਕ, ਗੱਡੀ ਆਉਣੀ ਆ, ਭਰ ਗਏ, ਜਿੰਨੇ ਬਹਿ ਗਏ। ਉਹ ਜਿਹੜਿਆਂ ਨੂੰ ਲੈ ਕੇ ਜਾਣਾ ਹੁੰਦਾ ਉਹਨਾਂ ਨੂੰ ਪਤਾ ਹੀ ਹੁੰਦਾ ਸੀਗਾ। ਲੇਬਰ ਮਾਰਕੀਟ ਤੱਕ ਵੀ ਖਲੋਤੇ ਆ। ਮੈਂ ਟੱਚਵੁੱਡ ਆ, ਚਿੱਟੇ ਕੱਪੜੇ ਪਾਏ, ਕੈਨੇਡਾ ਡੇ ਤੇ ਲਾਲ ਕਮੀਜ਼ ਪਾਈ ਆ, ਅੱਖਾਂ ਭਰੀਆਂ ਹੋਈਆਂ ਨੇ। ਕੈਨੇਡਾ ਨੇ ਸਭ ਕੁਝ ਦਿੱਤਾ ਆ ਤੇ ਦੇਣਾ ਵੀ ਆ ਦੋਸਤੋ ਤੁਹਾਨੂੰ ਇਮਾਨਦਾਰੀ ਨਾਲ। ਜੇ ਮੇਰੇ ਵਰਗਾ ਬੰਦਾ ਇੱਥੇ ਸਭ ਕੁਝ ਕਾਮਯਾਬ ਹੋ ਸਕਦਾ ਨਾ, ਤੇ ਤੁਸੀਂ ਵੀ ਹੋ ਸਕਦੇ ਹੋ। ਅਸੀਂ ਤਾਂ ਡੰਗ ਟਬਾਊ ਅੰਗਰੇਜ਼ੀ ਬੋਲਦੇ ਸੀ, ਤੁਸੀਂ ਤੇ ਅੱਜ ਕੱਲ੍ਹ ਪੜ੍ਹੇ ਲਿਖੇ ਆਈਲੈਟਸ ਕਰਕੇ ਆ ਰਹੇ ਹੋ ਬੱਚਿਓ। ਇਮਾਨਦਾਰੀ ਨਾਲ ਵੇਖਿਓ, ਕਿਸੇ ਦੇ ਉਂਗਲ ਤੇ ਨਾ ਨੱਚਿਓ। ਸਭ ਕੁਝ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਤੁਹਾਨੂੰ ਮਿਲਣਾ ਹੈ ਤੇ ਕਾਮਯਾਬੀ ਨੇ ਤੁਹਾਡੇ ਕਦਮ ਚੁੰਮਣੇ ਨੇ ਇਮਾਨਦਾਰੀ ਨਾਲ। ਸੋ ਗੱਲ ਚੱਲੀ ਸੀਗੀ ਕੈਨੇਡਾ ਦੀ। ਬਹੁਤ ਬਹੁਤ ਧੰਨਵਾਦ ਪੱਟੀ ਸਾਹਿਬ ਸੁਣਨ ਵਾਸਤੇ ਮੈਨੂੰ। ਮੈਂ ਸੱਚ ਬੋਲਿਆ ਅੱਜ। ਹੈਲੋ, ਸਤਿ ਸ਼੍ਰੀ ਅਕਾਲ ਸਾਹਿਬ ਜੀ। ਕਾਲਰ ਲੈ ਲਈਏ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ। ਹੈਪੀ ਕੈਨੇਡਾ ਡੇ। ਮੈਂ ਆਪਣੀ ਪੋਸਟ ਤੇ ਪਾਇਆ ਕਿ ਮੈਂ ਕਦੇ ਵੀ ਕੈਨੇਡਾ ਨੂੰ ਨਿੰਦ ਨਹੀਂ ਸਕਦਾ, ਕਿਉਂਕਿ ਇੱਥੇ ਆ ਕੇ ਅਸੀਂ ਆਪਣੇ ਯਾਰ ਉਹ ਗਰੀਬੀ ਵਾਲੇ ਦਾਗ ਨਹੀਂ, ਮਤਲਬ ਸਾਰੇ ਹੀ ਅਸੀਂ ਜੋ ਮਰਜੀ। ਮੈਂ ਉਦੋਂ ਵੀ ਗੱਲ ਕਰਦਾ ਹੁੰਦਾ ਸੀ 97 'ਚ ਵੀ ਕੋਈ ਕਵੇ ਮੈਂ ਕਾਰਾਂ ਤੇ ਝੂਟੇ ਲੈਂਦਾ ਰਿਹਾ, ਮੈਂ ਕਾਰਾਂ ਬੁੱਕ ਕਰਾਈਆਂ ਸੀ, ਇੱਥੇ ਆ ਕੇ ਫੁਕਰੀਆਂ ਮਾਰਦੇ ਆ। ਉੱਥੇ ਉਦੋਂ ਸਕੂਟਰ ਬੁੱਕ ਕਰਾਉਣ ਵਾਸਤੇ ਵੀ ਲੰਬੀ ਲਾਈਨ 'ਚ ਖੜਨਾ ਪੈਂਦਾ, ਬੜੇ ਪਾਪੜ ਵੇਲਣੇ ਪੈਂਦੇ ਹੁੰਦੇ ਸੀਗੇ। ਸਤਿ ਸ਼੍ਰੀ ਅਕਾਲ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਹੈਪੀ ਕੈਨੇਡਾ ਡੇ ਪਹਿਲਾਂ ਤਾਂ। ਕੈਨੇਡਾ ਡੇ ਵੀਰੇ। ਮੈਂ ਭਾਜੀ ਹੁਣੀ ਮੈਨੂੰ ਕਿਹਾ ਵੀ ਭਾਈ ਦੂਜਾ ਨਹੀਂ ਸਹੁੰ ਨਹੀਂ ਖਾਣੀ ਚਾਹੀਦੀ। ਮੈਂ ਕਿਹਾ ਤੁਹਾਨੂੰ ਪਤਾ ਯਾਰ ਵੀ ਬਾਦਲਾਂ ਦੀ ਨੂੰਹ ਨੇ ਸਹੁੰ ਖਾਧੀ ਸੀ। ਸਭ ਤੋਂ ਲਾਗੇ ਹੋ ਕੇ ਸੁਣਿਆ ਪ੍ਰਮਾਤਮਾ ਨੇ। ਦੇ ਲੋ 5ਵੇਂ ਨੰਬਰ ਤੇ ਆਈ ਆ ਹੁਣ ਪਾਰਟੀ। ਪੱਟੀ ਸਾਹਿਬ ਅੰਦਰ ਨਹੀਂ ਹੁੰਦੀ ਜਿੱਥੇ ਬਸ ਸਹੁੰ ਨਹੀਂ ਖਾਣੀ। ਪਿੰਡਾਂ ਦੇ ਵਿੱਚ ਅਜੇ ਤੱਕ ਵੀ ਹੈਗਾ, ਤੁਸੀਂ ਜੋ ਮਰਜ਼ੀ ਜਦ ਸੱਚੇ ਹੋਣ, ਝੂਠੇ ਜੋ ਸਹੁੰ ਨਹੀਂ ਖਾਂਦੇ। ਉਹ ਕਹਿੰਦੇ ਨਾ ਗੁਰੂ ਦੀ ਸਹੁੰ ਨਹੀਂ ਖਾਣੀ ਚਾਹੀਦੀ। ਜਿਹੜੀ ਵੀਰ ਜੀ ਨੇ ਕਹੀ ਗੱਲ ਬਿਲਕੁਲ ਠੀਕ ਹੈ ਜੀ, ਬੜੀ ਨੇੜੇ ਹੋ ਕੇ ਸੁਣੀ ਹੈ ਉਹਨਾਂ ਨੇ, ਲੇਕਿਨ ਫਿਰ ਵੀ ਉਹਨਾਂ ਨੂੰ ਅਜੇ ਤੱਕ ਵੀ ਅਕਲ ਨਹੀਂ ਆਈ ਵੀ ਭਾਈ ਅਸੀਂ ਕਿੱਥੇ ਖੜੇ। ਬਸ ਆ ਜਿਹੜਾ ਹੁਣ ਆਪਾਂ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਵਾ ਨੂੰ ਦੇਣ ਦਾ, ਆਪਣਾ ਨਿੱਜੀ ਫੈਸਲਾ ਤਾਂ ਉਹਨਾਂ ਦਾ ਹੋ ਸਕਦਾ, ਪਰ ਬੀਬੀ ਦ੍ਰੋਪਦੀ ਹਾਂ ਮੇਰੇ ਨਾਲ ਕਾਲਰ ਨੇ ਕਾਲ ਸੈਲਫ ਟੈਕਸਟ ਮੈਸੇਜ WhatsApp ਤੇ ਹੈ। ਵੈਲਕਮ ਜੀ। ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ WhatsApp ਤੇ ਹੋ। ਮਲਵਿੰਦਰ ਸਿੰਘ ਜੀ ਹੈਲੋ। ਚਲੋ ਕੱਟ ਗਏ ਨੇ। ਹਾਂਜੀ ਜਿਹੜੀ ਇਹਨਾਂ ਦੇਖੋ ਤੁਸੀਂ ਜੋ ਬੀਬੀ ਦ੍ਰੋਪਦੀ ਮੁਰਮੂ ਦੀ ਗੱਲ ਕੀਤੀ ਹੈ ਨਾ, ਉਹਦੇ ਬਾਰੇ ਤੇ ਮਮਤਾ ਵੀ ਕਹਿ ਚੁੱਕੀ ਹੈ ਕਿ ਜੇ ਪਹਿਲਾਂ ਇਹ ਨਾਂ ਸਾਹਮਣੇ ਹੁੰਦਾ ਸ਼ਾਇਦ ਅਸੀਂ ਵੀ ਨਹੀਂ ਸਬੂਤ। ਹਾਲੀ ਕਿ ਮਮਤਾ ਦਾ ਖੜਾ ਕੀਤਾ ਜਸਵੰਤ ਸਿੰਘ ਖੜਾ ਹੁੰਦਾ। ਜਿਹੜੀ ਮੁਰਮੂ ਦੀ ਗੱਲ ਕੱਲ ਚੰਡੀਗੜ੍ਹ ਆਈ ਹੈ, ਚੰਡੀਗੜ੍ਹ ਆ ਕੇ ਇਹਨਾਂ ਨੂੰ ਮਿਲੀ, ਇਹਨਾਂ ਬੁੱਕੇ ਦਿੱਤੇ ਉਹਨੂੰ ਬਕਾਇਦਾ ਤੌਰ ਤੇ ਹਰਿਆਣਾ ਦੇ ਸਾਰੇ ਮੁੱਖ ਮੰਤਰੀ ਮਿਲੇ ਆ, ਮੰਤਰੀ ਮਿਲੇ ਆ, ਸੰਤਰੀ। ਜਿਹੜੀ ਗੱਲ ਡੱਡਾ ਵੀ ਆਈ ਆ, ਇਹ ਬੜੇ ਖੁਸ਼ ਨੇ। ਲਓ ਜੀ ਸਾਡੀ ਤੇ ਬੀਜੇਪੀ ਨੇ ਫਿਰ ਗੱਲ ਬਣ ਗਈ, ਸਾਡੀ ਤੇ ਕਹਾਣੀ ਫਿੱਟ ਹੋ ਗਈ। ਅਜੇ ਉਹਨੂੰ ਫੋਨ ਆਇਆ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਇੰਨੀ ਗੱਲ ਕਹੀ ਸੀ, ਅਸੀਂ ਕੱਲ ਸਾਡੀ ਮੀਟਿੰਗ ਵਿੱਚ ਵਿਚਾਰ ਕਰਾਂਗੇ। ਤੇ ਬੜੇ ਕਾਲੇ ਬੰਦੇ ਸੀ ਦੋ ਜਿਹਨੇ ਪਹਿਲੇ ਵੇਖੋ ਜੀ ਸਪੋਰਟ ਕਰਾਂਗੇ ਬੀਬੀ ਨੂੰ ਮੁਤਪਾਵਨ। ਦੋ ਬੰਦੇ ਏਡੇ ਕਾਲੇ ਸੀਗੇ, ਆਪਣੇ ਪ੍ਰਧਾਨ ਨੂੰ ਵੀ ਨਹੀਂ ਦਿੱਤੇ, ਡਿੱਕਿਆ ਕੋਰ ਕਮੇਟੀ ਨੂੰ ਨਹੀਂ ਦੇਖਿਆ, ਏਡੇ ਬੰਦੇ ਕਾਲੇ ਸੀ। ਕੋਈ ਗੱਲ ਨਹੀਂ, ਠੀਕ ਹੈ, ਵੋਟ ਤੇ ਕਿਸੇ ਨੂੰ ਤੁਸੀਂ ਪਾਣੀ ਪਾਓ,
ਲੇਕਿਨ ਘੱਟੋ ਘੱਟ ਕਾਇਦੇ ਕਾਨੂੰਨ ਸਮਝੋ। ਕੱਲ ਤੱਕ ਤੁਸੀਂ ਜਾਂਦੇ ਸੀ ਨਹੀਂ ਜੀ ਭਾਜਪਾ ਦੇ ਖਿਲਾਫ ਤੁਸੀਂ ਇੰਨੀਆਂ ਗੱਲਾਂ ਕਰਦੇ, ਇੰਨਾ ਕੁਝ ਕਹਿੰਦੇ ਸੀ, ਇੱਕ ਫੋਨ ਆ ਗਿਆ ਤੇ ਤੁਸੀਂ ਬਾਗੋ ਬਾਗ ਹੋ ਗਿਆ, ਲੈ ਵੀ ਬਣ ਗਈ ਗੱਲ ਆਪਣੀ। ਪਰ ਇਹ ਗੱਲ ਸੁਣ ਲਿਓ, ਹੁਣ 23 ਸੀਟਾਂ ਤੇ ਨਹੀਂ ਰਹਿਣਗੇ, ਉਹ ਕਹਿਣਗੇ ਸੰਗਰੂਰ ਦਾ ਰਿਜ਼ਲਟ ਕੱਢ ਲਓ, ਜੋ ਰਿਜ਼ਲਟ ਆਉਂਦਾ ਵਾ ਉਹਦੇ ਸਾਹਮਣੇ ਵੰਡ ਕਰ ਲਓ। ਨਹੀਂ ਤੇ ਉਹਨਾਂ ਤੇ ਮਾਸਟਰ ਆਪੇ ਕਹਿ ਚੁੱਕੇ ਸੀ, ਕੀ ਨਾਂ ਉਹਨਾਂ ਦਾ ਮਾਸਟਰ ਯਾਦ ਆ ਮੈਨੂੰ, ਵੀ ਅਸੀਂ ਇੰਡੀਪੈਂਡੈਂਟ ਲੜਨੀ ਆ, ਅਗਲੇ ਲੜ ਲੈਣਗੇ। ਮਾਸਟਰ ਮੋਹਨ ਲਾਲ ਹਾਂਜੀ ਮਾਸਟਰ ਮੋਹਨ ਲਾਲ ਜੀ। ਚਲੋ ਉਹਨਾਂ ਨੇ ਵੀ ਕਿਹਾ ਸੀ, ਬੰਦਨ ਕਾਲੀਆ ਨੇ ਵੀ ਕਿਹਾ ਸੀਗਾ, ਤੁਸੀਂ ਹਾਲਾਤ ਵੇਖਿਓ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਜਿਹੜੇ ਆ ਉਹ ਭਾਜਪਾ ਸ਼ਾਮਲ ਹੋਣਗੇ, ਵੇਖਿਓ ਲੱਤ ਦਾ ਬਣ। ਮਤਲਬ ਮੈਨੂੰ ਇੱਕ ਵਾਰੀ ਨਾ ਕਿਸੇ ਕੋਲ ਸੁਣਿਆ ਸੀ, ਸੌਰੀ, ਕਹਿੰਦੇ ਪੰਜਾਬ ਦੇ ਅੰਮ੍ਰਿਤਸਰ ਦੀ ਤੇ ਉਧਰੋਂ ਬੰਬੇ ਦੀ ਬਦਮਾਸ਼ੀ ਜਿਹੜੀ ਦੋਨਾਂ ਦੀ ਮੰਨੀ ਜਾਂਦੀ ਸੀ ਦੇਸ਼ ਦੇ ਵਿੱਚ। ਬਿਲਕੁਲ ਬਿਲਕੁਲ। ਮਤਲਬ ਅੰਮ੍ਰਿਤਸਰ ਪੰਜਾਬ ਮੰਨ ਲਓ ਤੁਸੀਂ, ਪੰਜਾਬ ਜਾਂ ਬੰਬੇ, ਅੰਮ੍ਰਿਤਸਰ ਧੁਰਾ ਸੀ ਪੰਜਾਬ ਦੀ ਭਲਿਆ ਮੇਲਿਆਂ ਦੇ ਵਿੱਚ, ਤੇ ਬੰਬੇ ਦੀ ਬਦਮਾਸ਼ੀ ਮੰਨੀ ਜਾਂਦੀ ਸੀਗੀ, ਮਤਲਬ ਬਦਮਾਸ਼ ਜਿਹੜੇ। ਤੇ ਹੁਣ ਅੱਗੇ ਦੇਖੋ ਹੋਤਾ ਕਿਆ। ਅੱਛਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਆਪਣਾ ਮਸਲਾ ਹੱਲ ਹੋ ਗਿਆ ਉਹਦਾ, ਆਪਣਾ ਮਸਲਾ ਤਾਂ ਹੈ ਨਹੀਂ ਮੇਰੇ ਕੋਲ, ਤੇ ਕਿਸੇ ਦਾ ਕੀ ਕਰ ਸਕਦੇ। ਸ਼ਰਤਾਂ ਤਹਿਤ ਹਾਈ ਕੋਰਟ ਨੇ ਪੱਕੀ ਜਵਾਬ ਮਿਲੀ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇੱਕ 2018 ਦੇ ਵਿੱਚ ਨਜਾਇਜ਼ ਮਾਈਨਿੰਗ ਲੈ ਕੇ ਅਫੇਅਰਬੰਦੀ ਵਿੱਚ, ਉਹਦੇ ਵਿੱਚ ਨਵੰਬਰ ਦੇ ਵਿੱਚ ਜਿਹੜੀ ਸੀ ਇਹ ਭੁਪਿੰਦਰ ਸਿੰਘ ਹਨੀ ਨੂੰ ਪੁੱਛ ਪੜਤਾਲ ਸ਼ੁਰੂ ਕੀਤੀ ਈਡੀ, ਤੇ 3 ਫਰਵਰੀ ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਬਾਅਦ ਮੁੜ ਕੇ ਇਹਦੇ ਘਰ ਛਾਪੇਮਾਰੀ ਵੀ ਹੋ ਗਈ, ਪੈਸੇ ਵੀ ਫੜੇ ਗਏ, ਹੋਰ ਵੀ ਸਮਾਨ ਫੜਿਆ ਗਿਆ। ਫਿਰ ਅਗਲੇ ਨੇ ਕੰਮ ਪੱਕੇ ਕਰ ਲਏ ਵੀ ਭਾਈ ਹੁਣ ਤੈਨੂੰ ਛੇਤੀ ਨਿਕਲ ਜਾਣਾ। ਬੜੀਆਂ ਕੋਸ਼ਿਸ਼ਾਂ ਕੀਤੀਆਂ, ਇਹ ਵੀ ਸ਼ੱਕ ਸੀ ਕਿ ਸ਼ਾਇਦ ਚੰਨੀ ਹੋਰਾਂ ਤੇ ਵੀ ਗੱਲ ਡਿੱਗ ਜੇ, ਜੇ ਚੰਨੀ ਹੋਰੀ ਵਿਦੇਸ਼ ਜਾਂਦੇ ਤੇ ਸ਼ਾਇਦ ਡਿੱਗ ਵੀ ਪੈਂਦੀ। ਉਹ ਵਿਦੇਸ਼ ਕਾਹਦੇ ਵਾਸਤੇ ਗਏ, ਉਹ ਫਿਰ ਕਿਤੇ ਡਿਸਕਸ ਕਰਾਂਗੇ ਆਪਾਂ। ਲੇਕਿਨ ਹੁਣ ਇਹਨਾਂ ਨੂੰ ਹਾਈ ਕੋਰਟ ਨੇ ਪੱਕੀ ਜ਼ਮਾਨਤ ਦੇ ਦਿੱਤੀ ਇਸ ਕੇਸ ਦੇ ਵਿੱਚ। ਕਰੀਬ 5 ਮਹੀਨੇ ਬਾਅਦ, 5 ਮਹੀਨੇ ਤੁਸੀਂ ਅੰਦਰ ਰੱਖਣ ਤੋਂ ਬਾਅਦ ਜ਼ਮਾਨਤ ਦੇ ਦਿੱਤੀ ਆ। ਸਬੂਤ ਪੱਕੀ ਆ, ਕੱਲ ਨੂੰ ਸਜ਼ਾ ਵੀ ਹੋ ਸਕਦੀ ਹੈ, ਇਹ ਨਹੀਂ ਕਿ ਹੋ ਜਾਏਗੀ, ਸਜ਼ਾ ਹੋ ਸਕਦੀ। ਈਡੀ ਦੇ ਵੈਸੇ ਬਹੁਤੇ ਕੇਸਾਂ ਸਜ਼ਾ ਨਹੀਂ ਹੁੰਦੀ, ਇਹ ਵੀ ਇੱਕ ਚੱਲਦਾ ਰਿਕਾਰਡ। ਈਡੀ ਨੇ 5477 ਕੇਸ ਜਿਹੜੇ ਹੁਣ ਤੱਕ ਫੋਲੋ ਕੀਤੇ ਸੀ, ਸਿਰਫ ਤੇ ਸਿਰਫ ਮੈਂ ਕਿਹਾ 25 ਕੇਸਾਂ ਸਜ਼ਾ ਹੋਈ, ਬਾਕੀ ਸਾਰੇ ਕੇਸ ਨਹੀਂ। CBI ਦੀ ਹੋਏ, ਈਡੀ ਹੋਏ, ਬਹੁਤ ਘੱਟ ਕੇਸਾਂ ਸਜ਼ਾ ਹੁੰਦੀ। ਜਿਹੜੀ ਜਸਵੰਤ ਸਿੰਘ ਖਾਦਲੇ ਵਾਲੇ ਕੇਸ ਸਜ਼ਾ ਹੋਈ ਸੀ, ਸਿਰਫ ਉਹ ਇਸ ਕਰਕੇ ਹੋਈ ਸੀ ਕਿ ਜਿਹੜੀ ਪਾਰਟੀ ਪਿੱਛੇ ਆਪ ਨਾ ਖਾਦਲਾ ਮਿਸ਼ਨ ਆਰਗੇਨਾਈਜੇਸ਼ਨ, ਉਹ ਆਪ ਬਹੁਤ ਕੰਮ ਕਰ ਰਹੀ ਸੀ। ਗਵਾਹੀਆਂ ਉਹਨਾਂ ਨੂੰ ਮੁੱਕਰੇ ਨਹੀਂ, ਸਟਰੋਂਗ ਗਵਾਹੀਆਂ ਦਿੱਤੀਆਂ। ਕਿਰਪਾਲ ਸਿੰਘ ਰੰਧਾਵੇ ਵਰਗੇ ਨੂੰ ਬਕਾਇਦਾ ਤੌਰ ਤੇ ਉੱਤੇ ਝੂਠਾ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਵੀ ਤੂੰ ਗਵਾਹੀ ਤੇ ਮੁੱਕਰ। ਉਹ ਕਹਿੰਦਾ ਬਿਲਕੁਲ। ਬਲਾਤਕਾਰ ਦਾ ਕੇਸ ਦਰਜ ਕਰਕੇ ਉਹਨੂੰ ਅੰਦਰ ਰੱਖਿਆ ਗਿਆ ਕਈ ਮਹੀਨੇ, ਲੇਕਿਨ ਉਹਨੇ ਗਵਾਹੀ ਠੋਕ ਕੇ ਦਿੱਤੀ। ਬਾਅਦ ਦੇ ਵਿੱਚ ਜਿਹੜੀ ਹਾਈ ਕੋਰਟ ਨੇ ਉਹ ਪੇਸ਼ ਕਰ ਦਿੱਤੀ। ਹੁਣ ਉਹਨੂੰ ਇਹ ਕਹਿੰਦੇ ਆ ਵੀ ਜਿਹੜੇ ਬੰਦੇ ਜਿਨ੍ਹਾਂ ਨੇ ਕੇਸ ਦਰਜ ਕੀਤਾ ਸੀ ਨਾ, ਉਹ 50 ਲੱਖ ਰੁਪਇਆ ਬਕਾਇਦਾ ਤੌਰ ਤੇ ਉਹਨੂੰ ਮੁਆਵਜ਼ਾ ਦੇ, ਜਿਹਦਾ ਝੂਠਾ ਕੇਸ ਦਰਜ ਕੀਤਾ ਸੀ। ਮਤਲਬ ਉਹ ਸਿਰ ਨਾਲ ਲੜਦੇ ਰਹੇ ਤੇ ਫਿਰ ਕਿਤੇ ਜਾ ਕੇ ਨਿਪਟੇ, ਜਿਹੜਾ ਜੇ ਕਿਤੇ ਨਾ ਸਿਰ ਲੜਦੇ ਤਾਂ ਸ਼ਾਇਦ ਉਹ ਨਿਪਟੇ ਨਾ। ਇਸ ਕਰਕੇ ਹਾਲ ਦੀ ਘੜੀ ਭੁਪਿੰਦਰ ਸਿੰਘ ਹਨੀ ਜਿਹੜੀ ਆ ਉਹ ਰਾਹਤ ਜ਼ਰੂਰ ਮਿਲੀ ਆ। ਅੱਜ ਉਹ ਬਾਹਰ ਆ ਜਾਣਗੇ। ਜਿਹੜੀ ਉਹ ਬਣੀ ਹੁੰਦੀ ਹੈ, ਥੜੀ ਜਿਹੀ ਬਣੀ ਹੁੰਦੀ ਹੈ ਜੇਲ੍ਹ ਦੇ ਵਿੱਚ, ਉਹਦੇ ਉੱਤੇ ਸੌਣਾ ਹੁੰਦਾ ਤੇ ਉਹਦੇ ਉੱਤੇ ਬਹਿਣਾ ਹੁੰਦਾ, ਇੱਕਾਂ ਦੀ ਬਣੀ ਹੁੰਦੀ। ਹੁਣ ਅੱਜ ਵਿਚਾਰੇ ਬੈੱਡ ਵਿੱਚ ਸੌ ਜਾਣਗੇ ਕਿਤੇ ਆ। ਚਲੋ ਅਗਲੀ ਕਾਲ ਤੇ ਚੱਲਦੇ ਹਾਂ। ਹੈਲੋ, ਹਾਂਜੀ ਚਾਵਲਾ ਸਾਹਿਬ, ਮੇਰੀ ਆਵਾਜ਼? ਜੀ ਤੁਹਾਡੀ ਆਵਾਜ਼। ਸਤਿ ਸ਼੍ਰੀ ਅਕਾਲ, ਹੈਪੀ ਕਨੌਰ ਡੇ। ਮੈਂ ਬੈਂਸ ਬੋਲਦਾ ਵੈਨਕੂਵਰ ਤੋਂ। ਜੀ ਬੈਂਸ ਸਾਹਿਬ, ਪੱਟੀ ਸਾਹਿਬ ਨੂੰ ਇੰਨੀ ਬੇਨਤੀ ਆ ਵੀ ਥੋੜਾ ਜਿਹਾ ਜੇ ਬੀਬੀ ਕਮਲਦੀਪ ਰਾਜੋਆਣਾ ਨੂੰ ਵੋਟ ਪਾਓ, ਇੱਕ MP ਬਣੇ ਤੇ ਬੰਦੀ ਸਿੰਘ ਛੁੱਟਦੇ ਸੀ, ਤੇ ਇਹ 2 MP ਤੇ ਪਲੱਸ 3 MLA ਨੇ ਸਪੋਰਟ ਕੀਤੀ। ਇਹਨਾਂ ਵੀ ਕੋਈ ਸ਼ਰਤ ਲਾਈ ਆ ਬੰਦੀ ਸਿੰਘਾਂ ਨੂੰ ਕਿ ਆਪ ਹੀ ਭੱਜ ਕੇ ਸਪੋਰਟ ਦੇਤੀ ਆ? ਦੱਸਿਓ ਪੱਟੀ ਸਾਹਿਬ ਜਰਾ। ਹਾਂਜੀ, ਇਹ ਤੁਸੀਂ ਕੱਲ ਦਾ ਪ੍ਰੋਗਰਾਮ ਸੁਣਿਆ ਨਹੀਂ? ਤੁਸੀਂ ਸਰ ਕੱਲ ਸ਼ਾਇਦ ਨਹੀਂ ਪ੍ਰੋਗਰਾਮ ਘਰ ਫੰਕਸ਼ਨ ਸੀ, ਮੈਂ ਆਹ ਪ੍ਰੋਗਰਾਮ ਐਸ ਨੇ ਸੁਣਦਾ। ਹੁਣ ਪਲੀਜ਼ ਜੇ ਟਾਈਮ ਹੈ ਤਾਂ ਮੈਨੂੰ ਥੋੜਾ ਦੱਸ ਦਿਓ ਸ਼ਾਰਟ ਲਈ।
ਥੈਂਕ ਯੂ। ਇਹਦੇ ਵਿੱਚ ਇਹ ਹੈ ਜੀ, ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪਰਸੋਂ ਬੰਦੀ ਸਿੰਘਾਂ ਬਾਰੇ ਪ੍ਰੈਸ ਤੋਂ ਸਵਾਲ ਪੁੱਛਿਆ ਗਿਆ ਤਾਂ ਪ੍ਰੈਸ ਨੂੰ ਛੱਡ ਕੇ ਭੱਜ ਗਏ ਜੀ। ਉਹਨਾਂ ਕੋਲ ਜਵਾਬ ਨਹੀਂ ਸੀ ਕੀ ਕਰਾਂਗੇ। ਇੱਕ ਮਿੰਟ ਬੈਂਸ ਸਾਹਿਬ, ਤੁਸੀਂ ਕਲਾ ਸੁਣਦੇ ਹੋ ਕਿ ਦੇਖਦੇ ਵੀ ਹੋ ਨਾਲ? ਕੱਟ ਗਏ। ਬੈਂਸ ਸਾਹਿਬ ਨੂੰ ਮੇਰਾ ਇੱਕ ਥੋੜਾ ਜਿਹਾ ਸੁਜੈਸ਼ਨ ਆ, ਜੇ ਤੁਸੀਂ ਦੇਖਦੇ ਹੋ ਤੇ ਇਹ ਪ੍ਰੋਗਰਾਮ ਰਿਪੀਟ ਵੀ ਹੁੰਦਾ, 4 ਵਾਰੀ ਰਿਪੀਟ ਹੁੰਦਾ। ਇਹਦੇ ਵਿੱਚ ਸਾਡੇ ਬਿਜ਼ਨਸਮੈਨਾਂ ਨੂੰ ਬਹੁਤ ਜ਼ਿਆਦਾ ਲਾਹਾ ਹੁੰਦਾ ਤੇ ਸਾਡੇ ਦਰਸ਼ਕਾਂ ਤੇ ਸਰੋਤਿਆਂ ਦਾ ਵੀ। ਇਹ ਪ੍ਰੋਗਰਾਮ ਹੁਣ ਵੀ ਬਾਅਦ ਦੇ ਵਿੱਚ ਵੀ ਰਿਪੀਟ ਹੋਣਾ, ਕੱਲ ਸਵੇਰੇ ਵੀ ਰਿਪੀਟ ਹੋਣਾ ਤੇ ਫਿਰ ਸ਼ਾਮ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਫਿਰ ਰਿਪੀਟ ਹੋਣਾ ਟੋਰਾਂਟੋ ਦੇ 2 ਤੋਂ 6 ਵਜੇ ਤੱਕ ਟੋਰਾਂਟੋ ਦੇ ਸਮੇਂ ਦੇ ਮੁਤਾਬਕ। ਜੇ ਤੁਸੀਂ ਹੁਣ IPTV ਬਾਕਸ ਤੇ ਸਾਡੇ ਨੂੰ ਦੇਖ ਰਹੇ ਹੋ ਨਾ, ਰੰਗਲਾ ਪੰਜਾਬ, ਤੇ ਇਹ ਰਿਪੀਟ ਹੁੰਦਾ 4 ਵਾਰੀ। ਲੈਟ ਮੀ ਆਸਕ ਕਰਨ 2 ਟਾਈਮ or 3 ਟਾਈਮ? 3 ਟਾਈਮ ਜਿਹੜੀ 2 ਟਾਈਮ। ਅੱਛਾ ਜੀ, ਕੱਲ ਸ਼ਾਮ ਨੂੰ ਵੀ ਰਿਪੀਟ ਹੁੰਦਾ, ਤੁਸੀਂ ਉਹ ਦੁਬਾਰਾ ਵੀ ਗੱਲਬਾਤ ਨੂੰ ਸੁਣ ਸਕਦੇ ਹੋ। ਥੈਂਕ ਯੂ। ਜਿਹੜੀ ਗੱਲ ਬੈਂਸਮ ਨੇ ਕੀਤੀ ਹੈ ਜੀ, ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਬਕਾਇਦਾ ਤੌਰ ਤੇ ਕੈਬਨਿਟ ਦਾ ਹਿੱਸਾ ਸੀਗਾ, ਉਦੋਂ ਜਿਹੜੇ ਉਹ ਬਾਹਰ ਨਹੀਂ ਆਏ ਬੰਦੀ ਸਿੰਘ ਤੇ ਹੁਣ ਸੁਖਬੀਰ ਸਿੰਘ ਬਾਦਲ ਆਪ ਕੈਬਨਿਟ ਦਾ ਹਿੱਸਾ ਰਹੇ ਨੇ, 5-5 6-6 MP ਜਿੱਤ ਕੇ ਜਾਂਦੇ ਰਹੇ ਨੇ। ਉਦੋਂ ਤਾਂ ਕਹਿੰਦੇ ਹੁੰਦੇ ਸੀ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ ਉਹ ਖੂੰਖਾਰ ਅੱਤਵਾਦੀ ਆ, ਉਹਨੂੰ ਪੰਜਾਬ ਦੀ ਕਿਸੇ ਜੇਲ੍ਹ 'ਚ ਰੱਖਿਆ ਨਹੀਂ ਜਾ ਸਕਦਾ। ਹੁਣ ਤੁਸੀਂ ਪੰਥਕ ਏਜੰਡਾ ਲੈ ਰਹੇ ਹੋ, ਚੰਗੀ ਗੱਲ, ਲੈਣਾ ਸੀ ਤਾਂ ਤੁਹਾਨੂੰ। ਹੁਣ ਤਾਂ ਤੁਸੀਂ ਇਸ ਗੱਲ ਤੇ ਵੀ ਆ ਗਏ ਹੋ, ਜਦੋਂ ਬੰਦੀ ਸਿੰਘ ਤੇ ਰਿਹਾ ਹੋਣੇ ਜਾਂ ਨਾ ਹੋਣੇ ਉਹਨਾਂ 'ਚ ਮੈਟਰ ਆ, ਉਹ ਕੀ ਬਣਦਾ ਉਹ ਤੇ ਪਤਾ ਕੋਈ ਨਹੀਂ। ਲੇਕਿਨ ਤੁਸੀਂ ਕਹਿਤਾ ਜੀ 4 ਜੁਲਾਈ ਨੂੰ ਅਸੀਂ ਜਿਹੜਾ ਵਾ 1955 ਜਿਹੜੀ ਦਰਬਾਰ ਸਾਹਿਬ ਵਿੱਚ ਐਂਟਰ ਹੋਈ ਸੀ ਪੁਲਿਸ, ਉਹਦਾ ਦਿਨ ਮਨਾਵਾਂਗੇ। ਮਨਾ ਰਹੇ ਆ ਅੱਜ ਤੱਕ ਤੇ ਚੇਤਾ ਨਹੀਂ ਆਇਆ, ਪਿਛਲੀ ਵਾਰੀ ਬਣਾਇਆ ਅੱਜ ਤੱਕ ਤੇ ਚੇਤਾ ਨਹੀਂ ਆਇਆ, SDP ਨਹੀਂ ਆਇਆ, ਅਕਾਲੀ ਦਲ ਨਹੀਂ ਆਇਆ, 8 ਸਾਲ ਬੀਤ ਗਏ ਚੇਤਾ ਕਿਉਂ ਨਹੀਂ ਆਇਆ? ਹੁਣ ਕਿਉਂ ਚੇਤਾ ਆ ਰਿਹਾ? ਭਾਵੇਂ ਉਹ ਕਾਰਵਾਈ ਗਲਤ ਆ, ਸੀ ਕਹਿੰਦੇ ਠੋਕ ਵਜਾ ਕੇ ਕਹਿੰਦੇ ਸਰ, ਹਿੰਦੂ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਉਹਨੇ ਆ ਕੇ ਮਾਫੀ ਮੰਗੀ ਅਕਾਲ ਤਖਤ ਢੀਂਗਨ ਸੱਚਰ ਨੇ। ਚਲੋ ਜਿਹੜਾ ਅਸ਼ਵਨੀ ਕੁਮਾਰ DIG ਸੀਗਾ, ਉਹਨੇ ਉਹਨੂੰ ਗਲਤ ਗਾਈਡ ਕੀਤਾ, ਉਹ ਪੁਲਿਸ ਚਲੇਗੀ। ਜਿਹੜਾ ਲੰਗਰ ਹਾਲ ਅੱਜ ਕੱਲ ਇਹਦੇ ਨਾਲ ਜਿੱਥੇ ਪਾਰਕ ਉੱਥੇ ਲੰਗਰ ਆਉਂਦਾ ਸੀ, ਲੰਗਰ ਹਾਲ ਤੋਂ ਗੋਲੀ ਚਲਾਈਆਂ, ਸਿੱਧੀਆਂ ਗੋਲੀ ਚਲਾਈਆਂ। ਉਦੋਂ ਵੀ ਅਕਾਲ ਤਖਤ ਨੂੰ ਲੱਗੀਆਂ ਸੀ ਤੇ ਬਕਾਇਦਾ ਤੌਰ ਤੇ ਜਿਹੜੀ ਸੀ ਹਰਿਮੰਦਰ ਸਾਹਿਬ ਦੀ ਗੋਲੀ ਲੱਗੀਆਂ ਸੀ। ਇਹ ਸੀ ਕਿ ਕੈਜੂਅਲਟੀ ਕੋਈ ਨਹੀਂ ਹੋਈ, ਫਟਕੜ ਜ਼ਰੂਰ ਹੋਈ ਸੀ, ਕੈਜੂਅਲਟੀ ਕੋਈ ਨਹੀਂ ਹੋਈ ਸੀ। ਜਿਹੜਾ ਸਿੱਖਾਂ ਦਾ ਆਗੂ ਸੀਗਾ ਸਾਡੇ ਮਾਸਟਰ ਤਾਰਾ ਸਿੰਘ ਨੂੰ ਫੜ ਕੇ ਅੰਦਰ ਦੇ ਦਿੱਤਾ ਗਿਆ। ਚਲੋ ਕਾਫੀ ਬੰਦੇ ਗ੍ਰਿਫਤਾਰ ਕਰ ਲਏ। ਫਿਰ ਜਦੋਂ ਲੋਕਾਂ ਦੀਆਂ ਧਾੜਾਂ ਜਿਹੜੀਆਂ ਅਸੀਂ ਤੁਰ ਪਈਆਂ ਪਿੰਡਾਂ ਤੋਂ ਵਿੱਚ, ਚਲੋ ਗ੍ਰਿਫਤਾਰੀਆਂ ਦਈਏ ਤੇ ਜੇਲ੍ਹਾਂ ਭਰ ਗਈਆਂ, ਸਕੂਲਾਂ 'ਚ ਰੱਖੇ, ਤੇ ਫਿਰ ਇਹਨੂੰ ਸਰਕਾਰ ਨੂੰ ਪਿੱਛੇ ਹਟਣਾ ਪਿਆ ਸੀ। ਨਹੀਂ ਵੀ ਤੁਸੀਂ ਆਪਣਾ ਨਾਰਾ ਲਾ ਸਕਦੇ ਪੰਜਾਬੀ ਦੀ ਮੌਜੂਦਾ ਗੱਲ ਤੇ ਇਹ ਨਹੀਂ ਸੀ ਨਾ। ਜੇ ਅੱਜ ਸੰਵਿਧਾਨ ਦੀ ਸਾਡਾ ਸੰਵਿਧਾਨ ਕਹਿੰਦਾ, ਸੁਪਰੀਮ ਕੋਰਟ ਕਹਿੰਦੀ ਕਿ ਖਾਲਸਾ ਜਿੰਦਾਬਾਦ ਦਾ ਨਾਰਾ ਲਾ ਸਕਦੇ, ਤੇ ਉਦੋਂ ਕੋ ਨਹੀਂ ਲਾ ਸਕਦੇ ਪੰਜਾਬੀ ਜਿੰਦਾਬਾਦ? ਨਹੀਂ, ਕਾਹਦਾ ਨਾਰਾ ਲਾ ਸਕਦੇ ਜੇ ਤੁਸੀਂ ਲਿਖ ਸਕਦੇ ਹੋ? ਕੱਲ ਤੁਹਾਡੀਆਂ ਅੱਜ ਗ੍ਰਿਫਤਾਰੀਆਂ ਹੋਈਆਂ ਨੇ ਉੱਥੇ ਜੀ, ਅੱਜ ਗ੍ਰਿਫਤਾਰੀਆਂ ਵੀ ਹੋਈਆਂ ਨੇ ਨਾ। ਜੇ ਖਾਲਿਸਤਾਨ ਨਾਰਾ ਲਾ ਸਕਦੇ ਹੋ, ਤੁਸੀਂ ਲਿਖ ਨਹੀਂ ਸਕਦੇ, ਕੰਧਾਂ ਤੇ ਨਹੀਂ ਲਿਖ ਸਕਦੇ ਤੁਸੀਂ। ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਜੀ, ਉਹ ਕਿਸੇ ਹੋਰ ਚੱਕਰ 'ਚ ਹੋਈਆਂ ਨਹੀਂ। ਆਈ ਮੀਨ ਉਹ ਲਿਖਿਆ ਤੇ ਇਹੀ ਗਿਆ ਨਾ, ਅਖਬਾਰਾਂ ਨੇ ਤੇ ਇਹੀ ਲਿਖਿਆ ਨਾ। ਜੇ ਗਲਤ ਲਿਖਿਆ ਜੀ, ਜਿਹੜੀ ਗ੍ਰਿਫਤਾਰੀ ਤੁਸੀਂ ਗੱਲ ਕਰਦੇ ਹੋ, 6 ਜੂਨ ਨੂੰ ਬਕਾਇਦਾ ਤੌਰ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਗਲੇ ਜਿਹੜੇ ਸੀ ਖਾਲਸਾ ਜਿੰਦਾਬਾਦ ਦੇ ਬੈਨਰ ਲੈ ਕੇ ਪਰਿਕਰਮਾ ਕੀਤੀ ਸੀ ਤੇ ਜਿੰਦਾਬਾਦ ਦੇ ਨਾਰੇ ਮਾਰੇ ਸੀਗੇ। 2 ਮੁੰਡੇ ਸੀ ਜਿਹਨਾਂ ਗੁਰਪਤਵੰਤ ਸਿੰਘ ਪੰਨੂ ਦੇ ਨਾਰੇ ਮਾਰੇ ਸੀ, ਐਸੇ ਸਿੱਖ ਫਾਰ ਜਸਟਿਸ ਦੇ ਨਾਰੇ ਮਾਰੇ। ਉਹ ਖਾਲਸਾ ਨਾਰੇ ਵੀ ਮਾਰੇ, ਸਿੱਖ ਫਾਰ ਜਸਟਿਸ ਦੇ ਨਾਰੇ ਮਾਰੇ, ਪੰਨੂ ਜਿੰਦਾਬਾਦ ਦੇ ਨਾਰੇ ਮਾਰੇ। ਉਹਨਾਂ ਦੋਵਾਂ ਨੂੰ ਉਸ ਕੁਝ ਗ੍ਰਿਫਤਾਰ ਕੀਤਾ ਗਿਆ ਸੀ, ਨਾ ਕਿ ਖਾਲਸਾ ਜਿੰਦਾਬਾਦ ਦਾ ਨਾਰਾ ਦੋੜ ਦਿੱਤਾ। ਪਾਟੀ ਸਾਹਿਬ ਧੰਨਵਾਦੀ ਆ ਤੁਹਾਡੇ, ਤੁਸੀਂ ਆਹ ਗੱਲ ਕਹਿ ਕੇ ਪਤਾ ਨਹੀਂ ਕਿੰਨੇ ਕੁ ਦਰਸ਼ਕ ਜਿਹੜੇ ਸਰੋਤੇ ਨੇ ਉਹਨਾਂ ਨੂੰ ਸੁਚੇਤ ਕਰ ਦਿੱਤਾ ਕਿ ਉੱਥੇ ਖਾਲਿਸਤਾਨ ਦੇ ਲਿਖਣ ਦੇ ਨਾਰੇ ਮਾਰਨ ਦੇ ਨਾਂ ਦੇ ਉੱਤੇ ਗ੍ਰਿਫਤਾਰੀ ਨਹੀਂ ਹੋਈ, ਪੰਨੂ ਜਿੰਦਾਬਾਦ ਕਰਨ ਮਾਰਨ ਦੇ ਨਾਰੇ ਦੇ ਉੱਤੇ ਗ੍ਰਿਫਤਾਰੀ ਹੋਈ, ਕਿਉਂਕਿ ਉਹ ਉਹਦੇ ਨਾਲ ਜੋੜ ਕੇ ਹੋਇਆ। ਆਪਾਂ ਖਬਰ ਸਾਰੀ ਸੁਣਾ ਦਿੱਤੀ, ਤੁਸੀਂ ਤਹਿ ਤੱਕ ਜਾ ਕੇ ਇਸ ਖਬਰ ਨੂੰ ਆਪਣੇ ਵੱਖਰੇ ਅੰਦਾਜ਼ ਨਾਲ ਪੇਸ਼ ਕੀਤਾ। ਧੰਨਵਾਦ। ਚਲੋ ਆਪਾਂ ਕਾਲ ਲੈ ਲਈਏ, 2 ਲਾਸਟ ਕਾਲਾਂ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਤੀ ਪਤਨੀ ਦਾ ਫੇਰ ਇਕੱਠੇ ਹੋ ਰਹੇ ਤੇ ਉਧਰੋਂ ਜਿਹੜਾ ਅਕਾਲੀ ਦਲ ਪੇਰੂਮਾਨ ਵੀ ਆ ਰਿਹਾ ਜੀ BJP ਦੇ ਨਾਲ ਜੀ।
ਇਹ ਜੋ ਦੱਸਿਓ ਜੀ। ਅਕਾਲੀ ਦਲ ਫੇਰੂ ਉਹ ਮਾਨ ਕਹਿਣ ਦਾ ਮਤਲਬ ਅਮਰਿੰਦਰ ਸਿੰਘ, ਉਹਨੂੰ ਮੈਂ ਫੇਰੂਮਾਨ ਅਕਾਲੀ ਦਲ ਕਹਿੰਦਾ ਜੀ। ਵੀਰ ਜੀ ਇਹ ਫੇਰੂਮਾਨ ਨਾਲ ਕਿੱਥੇ ਜੋੜਿਆ ਪਤਾ ਤੁਹਾਨੂੰ? ਇਹਨਾਂ ਨੇ ਕਿੱਥੇ ਜੋੜਿਆ ਫੇਰੂਮਾਨ? ਫੇਰੂਮਾਨ ਸਹੁੰ ਖਾ ਕੇ ਮੁੱਕਰ ਗਿਆ ਸੀ ਤੇ ਇੱਥੇ ਸਹੁੰ ਖਾ ਕੇ ਵਨ ਮੈਨ ਪਾਰਟੀ ਸੀ ਜੀ, ਉਹ ਵਨ ਮੈਨ ਪਾਰਟੀ ਫੇਰੂਮਾਨ ਅਕਾਲੀ ਨਹੀਂ ਨਹੀਂ ਫੇਰੂਮਾਨ ਹਾਂਜੀ ਪੱਟੀ ਸਾਹਿਬ ਫੇਰੂਮਾਨ ਤੇ ਵੈਸੇ ਆਪਣਾ ਬਚਨ ਵੀ ਪਕਾ ਗਿਆ ਸੀ। ਪੱਟੀ ਸਾਹਿਬ ਸੌਰੀ ਦਰਸ਼ਨ ਸਿੰਘ ਉਹਨੇ ਜੀ, ਸੋਰੀ ਫੇਰੂਮਾਨ ਨੇ ਦੂਜਾ ਜੀ ਉਹ ਜਿਹੜਾ ਮਰ ਗਿਆ ਮਹੰਤ, ਉਹਦਾ ਸੀ ਫੇਰੂਮਾਨ ਅਕਾਲੀ ਦਲ ਮਹੰਤ ਸੇਵਾਦਾਸ ਸਿੰਘ ਦਾ ਜੀ। ਅੱਛਾ ਮਹੰਤ ਹਾਂਜੀ ਸੇਵਾਦਾਸ ਸਿੰਘ। ਸੇਵਾ ਬਿਲਕੁਲ ਹਾਂ, ਉਹ ਠੀਕ ਹੈ। ਬੜਾ ਸੀ। ਹਾਂ ਉਹਦੇ ਨਾਲ ਬੁਲਾਣਾ ਪਿਆ ਫੇਰੂਮਾਨ, ਤੇ ਉਹਦੇ ਸ਼ਹੀਦ ਬੰਦਾ ਗ੍ਰੇਟ ਬੰਦਾ ਸੀ ਮਤਲਬ ਸੌਰੀ ਹਾਂਜੀ ਉਹ ਤੁਹਾਡੀ ਗੱਲ ਤੁਸੀਂ ਆਪ ਹੀ ਜਵਾਬ ਦਿੱਤਾ ਜੀ। ਉਹ ਵਨ ਮੈਨ ਸ਼ੋਅ ਹੁੰਦਾ ਸੀਗਾ, ਉਹ ਚਲੇ ਗਿਆ ਨਾਲ ਕਾਲੀ ਤੋਂ ਖਤਮ ਕਰ ਲਾੜੀ ਤੋਂ ਕਿੱਥੇ ਰਹਿ ਗਿਆ ਉਹਦਾ? ਜਿਹੜੇ ਹਾਲਾਤ ਬਣ ਰਹੇ ਆ ਜੀ, ਸਾਡੇ ਅਕਾਲੀ ਦਲ ਨੂੰ ਬੀਜੇਪੀ ਚੰਗੀ ਤਰ੍ਹਾਂ ਖਾ ਜਾਵੇਗੀ, ਹਜ਼ਮ ਕਰ ਜਾਵੇਗੀ, ਸਾਰੇ ਉੱਧਰ ਜਾਣਗੇ। ਕਿਉਂਕਿ ਸਾਡੇ ਲੀਡਰਾਂ ਨੂੰ ਕੌਮ ਨਾਲ ਕੋਈ ਪਿਆਰ ਨਹੀਂਗਾ, ਪੰਜਾਬ ਨਾਲ ਕੋਈ ਪਿਆਰ ਨਹੀਂਗਾ, ਲੋਕਾਂ ਨਾਲ ਕੋਈ ਪਿਆਰ ਨਹੀਂਗਾ, ਸਿਰਫ ਤੇ ਸਿਰਫ ਕੁਰਸੀ ਦਾ ਪਿਆਰ। कुर्सी नहीं, बाप बड़ा ना भैया सबसे बड़ा ਰੁਪਈਆ। बस ਇਸ ਕਰਕੇ ਤੁਸੀਂ ਆਉਣ ਵਾਲੇ ਸਮੇਂ 'ਚ ਤੁਸੀਂ ਵੇਖ ਲਿਓ, ਅੱਜ ਕਹਿ ਦੇਵੇ ਬੀਜੇਪੀ ਤਾਂ ਸੁਖਬੀਰ ਸਿੰਘ ਤੈਨੂੰ ਅਸੀਂ ਤੁਹਾਡੀ ਤਰ੍ਹਾਂ ਭਾਜਪਾ ਜਾ ਤੈਨੂੰ ਮੁੱਖ ਮੰਤਰੀ ਦਾ ਮਿੰਟ ਤੇ ਲਾਵਾਂਗੇ, ਦੱਸੋ ਜੀ ਕਿੱਥੇ ਕੁਰਸੀ ਕਿੱਥੇ ਪਈ ਮੇਰੀ? साइन दसो किथे करने आ? ਬਿਲਕੁਲ। ਸਾਡੇ ਜਦੋਂ ਇੱਥੇ ਬੜੇ ਸੀ ਨਾ ਜੀ ਆਪਣੇ ਉਹ ਪ੍ਰਧਾਨ ਮੰਤਰੀ ਜਲੰਧਰ ਵਾਲੇ, ਕੀ ਨਾਮ ਸੀ ਉਹਨਾਂ ਦਾ? पाटी साहब बाबा ਉਹ ਬੜੇ ਸੀ ਮੁੱਖ पाटी साहब सॉरी बाबा बादल ना ਜੇ 10 ਕੁ ਸਾਲ ਹੋਰ ਜਵਾਨ ਹੁੰਦਾ ਤੇ ਅੱਜ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਵਾਸਤੇ ਜਿਹੜੀ ਚਰਚਾ ਚੱਲਦੀ ਪਈ ਆ ਨਾ, ਉਹ ਕਿਤੇ ਹੋਰ ਹੀ ਹੁੰਦੀ। ਇੱਕ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਗੱਲ। ਤੁਸੀਂ ਕੱਲ ਗੱਲ ਕੀਤੀ ਸੀ ਕਿ ਸੁਖਬੀਰ ਬਾਦਲ ਚੱਲਿਆ ਸੀ ਦੇਣ ਆਪਣਾ ਅਸਤੀਫਾ, ਰਸਤੇ ਵਿੱਚ ਜੋ ਗੰਢ ਤੋੜ ਹੋਈ ਤੇ ਬਾਪੂ ਕੋ ਚਲ ਗਿਆ। ਬਾਪੂ ਰਾਜਨੀਤਿਕ ਹੈ, ਰਾਜਨੀਤਿਕ ਤੌਰ ਤੇ ਹੀ ਉਹਨੇ ਸੋਚਿਆ ਕਿ ਅਗਲੀਆਂ ਚੋਣਾਂ ਸ਼੍ਰੋਮਣੀ ਜਿਹੜੀਆਂ ਜਲਦੀ ਹੀ ਰਾਸ਼ਟਰਪਤੀ ਦੀਆਂ ਚੋਣਾਂ ਆ ਰਹੀਆਂ ਨੇ, ਉਹ ਮਾਈਨਸ ਘਟਾਓ ਗਿਣਤੀ ਮਿੰਤੀ ਕੈਲਕੂਲੇਟ ਕਰਦਾ ਪਿਆ ਸੀ ਉੱਥੇ ਬੈੱਡ ਤੇ ਪਿਆ ਵੀ। ਉਹਨੇ ਸਹੀ ਸਲਾਹ ਦਿੱਤੀ ਆਪਣੇ ਪੁੱਤ ਨੂੰ, ਵੇਖੋ ਕੌਮ ਜਾਵੇ ਜਿੱਥੇ ਮਰਜੀ, ਪੰਥ ਜਾਵੇ ਜਿੱਥੇ ਮਰਜੀ, ਪਰ ਜਿਹੜਾ ਇੱਕ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਗਰੁੱਪ ਤੋਂ ਪ੍ਰਧਾਨ ਉੱਤਰ ਜਾਣਾ ਜਾਂ ਨਵਾਂ ਬਣਾਉਣਾ, ਉਹਦਾ ਕੀ ਪਤਾ ਨੇ ਕੀ ਕਰਨਾ, ਹਨਾ? ਪ੍ਰਧਾਨ ਤੇ ਪ੍ਰਧਾਨ ਹੀ ਹੈ। ਪ੍ਰਧਾਨ ਇੱਕ ਵਾਰੀ ਦਿੱਲੀ ਦਾ ਗੇੜਾ ਲਾ ਆਇਆ, ਮੁੜ ਕੇ ਥਾਪੜਾ ਜੋ ਮਿਲਿਆ ਉੱਥੇ ਕੌਣ ਪੁੱਛਦਾ ਮੁੜ ਕੇ? ਬਿਲਕੁਲ ਜੀ ਬਿਲਕੁਲ। ਆ ਮਹਾਰਾਸ਼ਟਰ ਵਾਲੀ ਵੇਖ ਲਓ, ਤੁਹਾਡੇ ਕੋਲ ਹੀ ਆ ਨਾ। ਜੀ ਜੀ ਜੀ। ਸ਼ਿੰਦੇ ਕੱਲ ਤੱਕ ਤੇ ਸ਼ਿੰਦੇ ਮਤਲਬ ਉद्धਵ ਠਾਕਰੇ ਦੀ ਹਾਂਜੀ ਕਰਦਾ ਹੋਊਗਾ, ਉਤੋਂ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ। ਥਾਪੜਾ ਮਿਲਿਆ ਤੇ ਅੱਜ ਵੇਖ ਲਓ ਉਹ ਕਿੱਥੇ ਦਾ ਕਿੱਥੇ ਆ। ਉਹ ਵੀ ਤੇ ਸਿਪਾ ਸਲਾਹ ਰਹੀ ਸੀ ਨਾ ਸ਼ਿਵ ਸੈਨਾ ਦਾ। ਬਿਲਕੁਲ। ਹੁਣ ਇੱਥੇ ਤੁਸੀਂ ਗੱਲ ਨੂੰ ਲੈ ਕੇ ਚਲੋ, ਜਿਹੜੀ ਮੈਂ ਗੱਲ ਕਰ ਲੱਗਾ ਕਿ ਬਾਬੇ ਬਾਦਲ ਦੀਆਂ ਬਾਬਾ ਬਾਦਲ ਹੀ ਜਾਣੇ ਵੀ। ਉਹਨੇ ਆਪਣੇ ਪੁੱਤਰ ਨੂੰ ਸਹੀ ਸਲਾਹ ਦਿੱਤੀ ਆ, ਅਸਤੀਫਾ ਨਾ ਦਈ। ਉਹ ਮੰਜੇ ਤੇ ਬੈਠਾ, ਬੈੱਡ ਤੇ ਬੈਠਾ, ਘਰ ਬੈਠਾ, ਰਿਟਾਇਰ ਹੋਇਆ ਵੀ ਲਘੁੱਤਮ ਜਿਹੜਾ ਜੋੜਦਾ ਪਿਆ ਸੀ। ਉਹਨੂੰ ਪਤਾ ਸੀ ਰਾਸ਼ਟਰਪਤੀ ਦੀਆਂ ਚੋਣਾਂ ਆ ਰਹੀਆਂ ਨੇ, ਇਹ ਸੰਗਰੂਰ ਹਾਰ ਗਏ, ਫੇਰ ਕੀ ਹੋ ਰਿਹਾ? ਸੰਗਰੂਰ ਹਾਰੇ ਆ, ਫੇਰ ਕੀ ਹੋਇਆ? ਇਹ ਆਉਂਦਾ ਜਾਂਦਾ ਰਹਿੰਦਾ। ਪਰ ਤੁਹਾਡੇ ਕੋਲ ਉਹਨਾਂ ਨੇ ਆਉਣਾ ਵਾ, ਤੁਹਾਡੇ ਕੋਲ ਉਹਨਾਂ ਨੇ ਆਉਣਾ ਆ। ਉਹਨਾਂ ਨੂੰ ਇੱਕ ਵੋਟ ਚਾਹੀਦੀ ਆ ਰਾਸ਼ਟਰਪਤੀ ਦੀ ਚੋਣ ਵਾਸਤੇ, ਤੇ ਉੱਥੇ ਆਪਣੀ ਗੱਲ ਬਣਾ ਲਿਓ। ਬਿਲਕੁਲ ਜੀ। ਇਹ ਐਵੇਂ ਨਹੀਂ, ਇਹਨੂੰ ਕਹਿੰਦੇ ਤੇ ਸਿਆਣੇ ਨੂੰ ਡੱਬੀ ਦੇ ਤੀਲਾਂ ਵਾਲੀ ਡੱਬੀ 'ਚ ਵੀ ਪਾ ਕੇ ਲੈ ਗਏ ਸੀਗੇ ਬਰਾਤੀ, ਹਨਾ? ਡੱਬੀ 'ਚ ਬੰਦ ਕਰਕੇ, ਡੱਬੇ 'ਚ ਬੰਦ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਲੈ ਕੇ, ਪੇਟੀ 'ਚ ਬੰਦ ਕਰਕੇ ਜਾਂ ਵਾਟ ਐਵਰ, ਸੌਰੀ ਪੇਟੀ 'ਚ ਬੰਦ ਕਰਕੇ ਲੈ ਗਏ ਸੀ। ਸਿਆਣਾ ਬੰਦਾ ਚਾਹੀਦਾ। ਇਹ ਬਾਬੇ ਬਾਦਲ ਨੇ, ਮੈਂ ਕੱਲ ਦਾ ਸੋਚੀ ਜਾਂਦਾ ਵੀ ਕੀ ਇਹ ਵੇਖੋ ਕਿੰਨੀ ਤਗੜੀ ਸੋਚ ਹੈ। ਜੇ ਅੱਜ 10 ਸਾਲ ਕਿਤੇ ਹੋਰ ਉਹਦੀ ਜ਼ਿੰਦਗੀ ਮਤਲਬ ਤੁਰਦੇ ਫਿਰਦੇ ਹੁੰਦੇ ਕਿਤੇ ਆ ਕਿਤੇ ਮਤਲਬ ਤੇ ਆ ਚੋਣ ਜਿਹੜੀ ਆ ਉਮੀਦਵਾਰ ਜਿਹੜੇ ਪੈ ਰਹੇ ਆ, ਜਿਹੜੀ ਨੌਗਾ ਉਪ ਰਾਸ਼ਟਰਪਤੀ ਦਾ ਜਾਂ ਰਾਸ਼ਟਰਪਤੀ ਦਾ, ਤੇ ਡੈਫੀਨੇਟਲੀ ਬਾਬੇ ਬਾਦਲ ਦਾ ਨਾਂ ਜ਼ਰੂਰ ਵੱਜਦਾ। ਜੀ ਜੀ। ਕਾਲ ਲੈ ਲੈਂਦੇ ਆ। ਹੈਲੋ
ਹਾਂਜੀ ਚਾਵਲਾ ਸਾਹਿਬ ਤੇ ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਭਾਈ ਖਾਲਸਾ ਭਾਈ ਫਤਿਹ ਜੀ ਖਾਲਸਾ ਜੀ ਹੁਕਮ। ਨਹੀਂ ਹੁਕਮ ਨਹੀਂ, ਟਾਈਮ ਖਤਮ ਹੋਣ ਵਾਲਾ, ਮੈਂ ਉਹ ਨੇੜੇ ਮੁਕਾ ਦਿਆਂ। ਔਰ ਮੈਂ ਇਹ ਗੱਲ ਕਹਿਣਾ, ਸਾਰਿਆਂ ਨੂੰ ਪਤਾ ਕਿ ਕਿਰਨ ਬੇਦੀ ਬੀਜੇਪੀ ਦੀ ਸੀ, ਪੜ੍ਹੀ ਲਿਖੀ ਹੈ, ਸਿੱਖ ਕੌਮ ਵਾਸਤੇ ਜਾਣਦੀ ਹੈ ਸਭ ਕੁਝ, ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੈਦਾਨ ਛੱਡ ਕੇ ਭੱਜ ਗਏ, 295 ਦਾ ਕੇਸ ਨਹੀਂ ਲਾਇਆ। ਔਰ ਅਗਲੀ ਗੱਲ ਮੈਂ ਕਹੇ, ਉਹਨੂੰ ਸਜ਼ਾ ਦਿਵਾਉਣੀ ਬਹੁਤ ਜ਼ਰੂਰੀ ਸੀ, ਕਿਉਂਕਿ ਨਹੀਂ ਤਾਂ ਮੂੰਹ ਪੈ ਜੂ ਬਹੁਤ ਵੱਡਾ। ਤੇ ਬਾਦਲ ਗੁਲਦਸਤਾ ਲੈ ਕੇ ਸੁਖਬੀਰ ਬਾਦਲ ਭੱਜ ਗਿਆ ਅਮਿਤ ਸ਼ਾਹ ਕੋਲੇ, ਕਿਉਂਕਿ ਉਹ ਧੰਨਵਾਦ ਕਰਦਾ ਵੀ ਮੇਰੇ 750 ਕਿਸਾਨ ਮਾਰਤੇ ਤੁਸੀਂ ਮੋਦੀ ਨੇ, ਤੇ ਲਖੀਮਪੁਰ ਖੀਰੀ ਚ ਅਜੇ ਮਿਸ਼ਰਾ ਨੇ 4 ਕਿਸਾਨ ਥੱਲੇ ਲੈ ਲਏ, ਉਹਦਾ ਧੰਨਵਾਦ ਕਰਨ ਗਿਆ, ਕਿਉਂਕਿ ਉਹ ਕਹਿੰਦਾ ਜੱਟਾਂ ਦੇ ਜੱਟ ਵੀ ਮਾਰਨੇ ਸੀ, ਕਹਿੰਦਾ ਮੈਂ ਨਾਲੇ ਤਾਂ ਤੁਹਾਨੂੰ ਵੋਟ ਪਾ ਦੂੰਗਾ ਤੇ ਨਾਲੇ ਦੇਖ ਲਓ ਬਈ ਜਿਹੜੇ ਪਾਸੇ ਨੂੰ ਗਏ ਆ, ਢੀਂਡਸਾ ਹੋਵੇ ਚਾਹੇ ਕੈਪਟਨ ਹੋਵੇ ਚਾਹੇ ਕੋਈ ਹੋਰ ਲੱਲੀ ਛੱਲੀ, ਇੱਥੇ ਬਥੇਰੇ ਨੇ, ਪਰ ਇਹ ਯਾਦ ਕਰ ਲਿਓ ਇਹਦੇ ਨਾਲ ਬਾਦਲ ਨਾਲ ਹੈ ਕੌਣ, ਜੇ ਉਹ ਉਧਰ ਵੋਟ ਪਾ ਵੀ ਦੇਊਗਾ, ਜੇ ਮੁੜ ਕੇ ਖੜੇ ਵੀ ਹੋਣਗੇ, ਅੱਗੇ ਤਾਂ 3 ਮਿਲ ਗਈਆਂ ਸੀ, ਹੁਣ 3 ਵੀ ਨਹੀਂ ਮਿਲਣੀਆਂ, ਬਸ ਇਹ ਯਾਦ ਕਰ ਲਿਓ। ਬਾਕੀ ਪੱਟੀ ਸਾਹਿਬ ਦੱਸ ਦੇਣਗੇ। ਖਾਲਸਾ ਜੀ ਤੁਸੀਂ ਬੜੇ ਭੋਲੇ ਹੋ। ਪਿਛਲਾ ਸਮਾਂ ਯਾਦ ਕਰੋ, ਇੱਕ ਵਾਰੀ ਸਿਰਫ ਅਕਾਲੀਆਂ ਨੂੰ ਇੱਕੋ ਸੀਟ ਮਿਲੀ ਸੀ ਪਾਰਲੀਮੈਂਟ ਦੀ ਤਰਨਤਾਰਨ ਦੀ, ਤੇ ਬਾਕੀ ਸਾਰੇ ਨੇ ਬਹੁਤ ਹੀ ਜ਼ਬਾਨਤਾਂ ਜਗਤੀਆਂ। ਉਸ ਟਾਈਮ ਤੇ ਅਖਬਾਰਾਂ ਦੇ ਆਰਟੀਕਲ ਲਿਖੇ ਸੀ ਵੀ ਮਾਝੇ ਨੇ ਅਕਾਲੀਆਂ ਦੀ ਇੱਜ਼ਤ ਰੱਖੀ, ਤੇ ਮੁੜ ਕੇ ਦੂਜੀ ਵੀ ਪਈਆਂ ਵੋਟਾਂ ਤੇ ਸਰਕਾਰ ਬਣਾਈ ਸੀ। ਸਾਡੇ ਲੋਕ ਭਲੱਕੜ ਨੇ ਖਾਲਸਾ ਜੀ, ਆਉਣ ਵਾਲੇ ਸਮਝ ਵੇਖੇ ਨਾ ਭੁੱਲ ਜਾਣਾ ਸਭ ਕੁਝ। ਜਿਸ ਹਲਕੇ ਦੇ ਵਿੱਚ ਬੇਅਦਬੀ ਹੋਈ ਹੋਵੇ ਤੇ ਉਸ ਹਲਕੇ ਤੋਂ ਸੁਖਬੀਰ ਸਿੰਘ ਏਡੇ ਵੱਡੇ ਮਾਰਜਿਨ ਦਿੰਦੇ, ਤੇ ਲੋਕੀ ਕਿੱਥੇ ਬੈਠੇ ਨੇ, ਕਿੱਥੇ ਜ਼ਮੀਰ ਲੋਕਾਂ ਦੀ ਉੱਥੇ। ਇਸ ਕਰਕੇ ਸਾਡੇ ਲੋਕ ਭਲੱਕੜ ਨੇ, ਇਹਨਾਂ ਆਉਣ ਵਾਲੇ ਸਮੇਂ 'ਚ ਭੁੱਲ ਜਾਣਾ ਕਿਉਂ ਸਾਨੂੰ ਬੇਅਦਬੀ ਦੇ ਇਨਸਾਫ ਕਿਉਂ ਨਹੀਂ ਮਿਲ ਰਿਹਾ। ਕੋਈ 4 ਇੱਕ ਪਾਸੇ, 4 ਇੱਕ ਪਾਸੇ, 2 ਇੱਕ ਪਾਸੇ। ਕਿੰਨੇ ਬੰਦੇ ਉਹ ਵਿਚਾਰਾ ਜਿਹੜਾ ਸੁਖਰਾਜ ਸਿੰਘ ਧਰਨਾ ਲਾ ਕੇ ਉੱਠਿਆ, ਕਿੰਨੇ ਲੀਡਰ ਉੱਥੇ ਗਏ, ਕਿੰਨੇ ਲੋਕ ਗਏ ਨੇ ਉੱਥੇ, ਨਹੀਂ ਗਏ। ਜਦੋਂ ਲੋਕ ਗਏ ਸੀ ਉਦੋਂ ਲੋਕਾਂ ਦੀ ਕਦਰ ਨਹੀਂ ਕੀਤੀ, ਉੱਪਰੋਂ ਹੁਕਮ ਆ ਗਿਆ ਭਾਈ ਚੱਕ ਦਿਓ ਫੱਟੇ ਇੱਥੋਂ, ਕਿਉਂ ਬਦਨਾਮ ਕਰ ਲਏ ਸਾਨੂੰ। ਅਗਲੇ ਰਾਤੋਂ ਰਾਤ ਉੱਥੇ ਬੁਰੀਆ ਦੇ ਚੁੱਕ ਕੇ ਤੁਰਦੇ ਸੀ। ਇਸ ਕਰਕੇ ਸਾਡਾ ਕੁਰਸੀ ਤੱਕ ਸੀਮਾ ਤਾਂ ਅਸੀਂ ਉਹ ਬੰਦੇ ਨਹੀਂ ਰਹੇ ਜਿਹੜੇ ਤੁਸੀਂ ਲੈ ਲਓ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸਿੱਖਾਂ ਦੀ ਘੱਟ ਕੀ ਬਾਈਕ ਬੰਦਾ ਸੀ, ਕਿੰਨੇ ਕੁ ਅਮੀਰ ਸੀ ਕਰੋ। ਸਤਵੰਤ ਸਿੰਘ ਜੀ ਕਿੰਨੇ ਕੁ ਅਮੀਰ ਸੀ ਕਰੋ। ਜਿਹੜੇ ਕੌਮ ਨੂੰ ਪਿਆਰ ਕਰਦੇ ਬਹੁਤ ਘੱਟ ਨੇ, ਉਹਨਾਂ ਦੀ ਗਿਣਤੀ ਬਹੁਤ ਘੱਟ ਹੈਗੇ ਨੇ, ਇੰਨੀ ਗੱਲ ਨਹੀਂ ਹੈਗੇ ਨੇ, ਲੇਕਿਨ ਇਹਨਾਂ ਲੀਡਰਾਂ ਤੋਂ ਸਾਨੂੰ ਕੋਈ ਆਸ ਨਹੀਂ। ਅਸੀਂ ਲੋਕ ਭਲੱਕਣਾ, ਜੇ ਮੋਦੀ ਨੇ ਸਾਨੂੰ 6000 ਰੁਪਇਆ ਸਾਲ ਦਾ ਇੱਕ ਕਿਸਾਨ ਨੂੰ ਦੇ ਦਿੱਤਾ, ਅਸੀਂ ਹੱਸ ਕੇ ਲਿਆ ਦਿਓ ਜੀ, ਜੋ ਕੋਈ ਗੱਲ ਨਹੀਂ ਹੈਗੀ, ਕੋਈ ਜਲਦੇ ਸਨ। ਸਾਡੀ ਬੁੱਧੀ ਵਰਗ ਨੇ ਕਿਹਾ ਸੀ ਪਰ ਤੁਹਾਨੂੰ ਪੱਠੇ ਪਾਉਂਦੇ ਤੇ ਤੁਹਾਨੂੰ ਇਹਨਾਂ ਨੇ ਵੇਚਣਾ ਜੇ, ਮੁੜ ਕੇ ਵੇਚਿਆ ਸਾਨੂੰ। ਇਸ ਕਰਕੇ ਖਾਲਸਾ ਜੀ ਉਹ ਗੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਬਿਲਕੁਲ ਠੀਕ, ਕਾਕਾ ਲੋਕ ਲੱਕੜੇ ਕੰਨ ਭੁੱਲ ਜਾਣਾ। ਬਿਲਕੁਲ ਬਾਬੇ ਨੇ ਆਪਣਾ ਲਗੁੱਤਮ ਕੱਢ ਕੇ ਵੇਖਿਆ ਕਿ ਰਾਸ਼ਟਰਪਤੀ ਦੀਆਂ ਚੋਣਾਂ ਆ ਰਹੀਆਂ, ਕਾਕਾ ਤੁਹਾਨੂੰ ਫੋਨ ਆਇਆ ਹੀ ਲਓ, ਤੁਹਾਡੀ ਗੱਲ ਚੱਲਣੀ ਆ, ਕਿਉਂਕਿ ਰਾਜਨੀਤੀ ਆ, ਲਿੰਕ ਤੇ ਹੋਣਗੇ। ਤੁਹਾਨੂੰ ਇਹ ਵੀ ਦੱਸ ਦਿਆਂ ਮੈਂ, ਇਹ ਖਬਰ ਵੀ ਸਿਰਫ ਆਪਾਂ ਹੀ ਕੱਢੀ ਸੀ, ਕਿਸੇ ਕੋਲ ਖਬਰ ਨਹੀਂ ਸੀ। ਬਿਲਕੁਲ ਬਾਹਰ ਦੇ ਵਿੱਚ ਲੋਕਾਂ ਦੇ ਅੱਜ ਵੀ ਜਿਹੜੀ ਗੱਲ ਕੀਤੀ ਆ ਨਾ ਪੱਟੀ ਸਾਹਿਬ, ਕੱਲ ਨੂੰ ਵੇਖ ਲਿਓ ਫਾਸਟ ਹੋਣਗੇ ਬੜੇ, ਹੁਣੇ ਪੈ ਜਾਣੀਆਂ ਨੇ ਸੋਸ਼ਲ ਨੈਟਵਰਕ ਮੀਡੀਆ ਤੇ। ਪੁੱਟਿਆ ਪਹਾੜ ਨਿਕਲਿਆ ਚੂਹਾ ਵਾਲੇ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਹੋਏ ਨੇ ਤਨੰਤਰ, ਉਹਨਾਂ ਦੇ ਮਿਲੀਅਨਸ ਆਫ ਜਿਹੜੇ ਅੰਧ ਭਗਤ ਜਿਹੜੇ ਅੰਗੂਠਾ ਚੁੱਕਣ ਵਾਲੇ, ਉਹਨਾਂ ਨੇ ਸ਼ੇਅਰ ਕਰ ਦੇਣੀ ਆ। ਪਰ ਇੱਥੇ ਕੀ ਹੁੰਦਾ ਕਿ ਗੱਲ ਨੂੰ ਡਿਟੇਲ 'ਚ ਨਹੀਂ ਸੁਣਦੇ। ਸਾਡਾ ਰੇਡੀਓ ਜਿੰਦਾਬਾਦ ਆ। ਅੱਛਾ, ਮੈਂ 2 ਸਵਾਲ ਆ 2-2 ਮਿੰਟਾਂ ਜਵਾਬ ਲੈਣੇ ਆ। ਇੱਕ ਤਾਂ ਭਾਜਪਾ ਦੀ ਕਾਰਜਕਾਰਨੀ ਮੀਟਿੰਗ ਵਿੱਚ ਪੂਰੇ ਭਾਰਤ ਵੰਸ਼ ਦੇ ਵਿੱਚ ਵੰਸ਼ਵਾਦ ਖਤਮ ਕਰਨ ਦਾ ਫੈਸਲਾ ਕੀਤਾ। ਮਤਲਬ ਕੋਈ ਵੀ ਪਾਰਟੀ ਜਿਹੜੀ ਭਾਜਪਾ ਦੀ ਜਿਹੜੇ ਵਰਕਰ ਹੋਣਗੇ ਉਹਦੇ ਵਿੱਚ ਵੰਸ਼ਵਾਦ ਖਤਮ ਹੋਊਗਾ, ਕਿਉਂਕਿ ਵੰਸ਼ਵਾਦ ਜਿਵੇਂ ਆਪਾਂ ਜਾਣਦੇ ਹੀ ਹਾਂ, ਇਹ ਮਤਾ ਪਾਸ ਕੀਤਾ ਗਿਆ। ਕਿੰਨਾ ਕੁ ਸਾਰਥਕ ਹੋਊਗਾ, ਕਿੰਨਾ ਕੁ ਮਤਲਬ ਤੁਸੀਂ ਸਮਝਦੇ ਹੋ ਕਾਮਯਾਬ ਹੋਊਗਾ? ਹੁਣ ਤੱਕ ਭਾਜਪਾ ਜਿਹੜੇ ਗੁੱਤਨੀ ਤੁਸੀਂ ਗੱਲ ਕੀਤੀ ਬਾਪੂ ਬਾਦਲ ਦੀ, ਉਹ ਵੀ ਬੜੀ ਮਾਰਚ ਲੱਗੀ।
ਉਹਨਾਂ ਨੇ ਆਪਣੀ ਮੀਟਿੰਗ ਹੈਦਰਾਬਾਦ 'ਚ ਰੱਖੀ ਆ, ਜਿੱਥੇ ਉਹਨਾਂ ਦੀਆਂ ਜੜ੍ਹਾਂ ਨਹੀਂ ਲੱਗ ਰਹੀਆਂ। ਤੇਲੰਗਾਨਾ ਦੇ ਵਿੱਚ ਤੇਲੰਗਾਨਾ ਦਾ ਮੁੱਖ ਮੰਤਰੀ ਉੱਥੇ ਪੇਸ਼ ਨਹੀਂ ਜਾਣ ਦਿੰਦਾ। ਇਹਨਾਂ ਦਾ ਮੀਟਿੰਗ ਉੱਥੇ ਐਡਜੈਕਟਿਵ ਦੀ ਇਹਨਾਂ ਬਕਾਇਦਾ ਤੌਰ ਤੇ ਉੱਥੇ ਰੱਖੀ, ਉੱਥੇ ਪ੍ਰਧਾਨ ਮੰਤਰੀ ਵੀ ਜਾਏਗਾ, ਉੱਥੇ ਅਮਿਤ ਸ਼ਾਹ ਵੀ ਜਾਏਗਾ। ਅੱਜ ਤੋਂ ਮੀਟਿੰਗ ਕੱਲ ਤੋਂ ਸ਼ੁਰੂ, ਲੇਕਿਨ ਅੱਜ ਜਾਂ ਕੱਲ ਜਾਣਗੇ ਪ੍ਰਧਾਨ ਮੰਤਰੀ। ਪਹਿਲਾਂ ਇਹਨੇ ਇੱਕ ਨਾਅਰਾ ਦਿੱਤਾ ਸੀ, ਕਾਂਗਰਸ ਮੁਕਤ ਭਾਰਤ। ਤੇ ਕਾਂਗਰਸ ਮੁਕਤ ਭਾਰਤ ਵੇਖੋ, ਪਹਿਲਾਂ ਮੱਧ ਪ੍ਰਦੇਸ਼ ਸਰਕਾਰ ਤੋੜੀ ਇਹਨਾਂ ਦੀ, ਫਿਰ ਕਰਨਾਟਕਾ 'ਚ ਖੋਈ, ਫਿਰ ਮਹਾਰਾਸ਼ਟਰ 'ਚ ਖੋਲੀ, ਹੁਣ ਧਿਆਨ ਨਾਲ ਫਿਰ ਰਾਜਸਥਾਨ ਵਾਲੇ ਪਾਸੇ ਤੇ ਛੱਤੀਸਗੜ੍ਹ ਪਾਸੇ। ਜੇ ਨਾ ਵੀ ਖੋਈ, ਅਗਲੀ ਵਾਰੀ ਜੇ ਵੋਟਾਂ ਪੈਣਗੀਆਂ ਪੂਰਾ ਧਿਆਨ ਦੇਣਗੇ। ਉਹ ਭੱਟੀ ਸਾਹਿਬ ਲੈਵਲ ਤੱਕ ਕੰਮ ਕਰਦੇ। ਭੱਟੀ ਸਾਹਿਬ ਜਿਹੜਾ ਤੋਤਾ ਨਾ, ਜਿਹੜੀ ਮੈਨਾ ਆ, ਜਿਹਦਾ ਮੈਂ ਨਹੀਂ ਨਾਂ ਲਿਆ, ਮੈਂ ਨਹੀਂ ਕਹਿੰਦਾ ਮੈਨਾ ਤੋਤਾ, ਮੈਂ ਤੇ ਸਿਰਫ ਅਖਬਾਰਾਂ ਦੇ ਕਟਿੰਗਾਂ ਦੇ ਹਿਸਾਬ ਨਾਲ ਕਿ ਈਡੀ ਜਿਹੜੀ ਆ ਉਹ ਤੋਂ ਕੰਮ ਲਿਆ ਜਾ ਰਿਹਾ। ਹੁਣ ਦੇਖੋ ਨਾ, ਹਰ ਥਾਂ ਦੇ ਉੱਤੇ ਕੋਈ ਨਾ ਕੋਈ ਕਿਤੇ ਨਾ ਕਿਤੇ ਐਮਐਲਏ, ਭਾਵੇਂ ਚਾਹੇ ਕਿਸੇ ਵੀ ਸੂਬੇ ਦਾ ਹੋਵੇ, ਕਿਤੇ ਨਾ ਕਿਤੇ ਤੇ ਚੱਲਦਾ ਹੀ ਆ। ਮਤਲਬ ਹੈ ਦੁੱਧ ਤੋਂ ਤਾਂ ਕੋਈ ਵੀ ਕਿਸੇ ਸੂਬੇ 'ਚ ਵੀ ਹੈ ਨਹੀਂ, ਚਾਹੇ ਮੁੱਖ ਮੰਤਰੀ ਹੋਵੇ ਤੇ ਚਾਹੇ ਜੋ। ਹਾਂ, ਬਹੁਤਾ ਸ਼ਾਤਰ ਹੋਵੇ, ਚਲਾਕ ਹੋਵੇ, ਉਹਦਾ ਪਤਾ ਕੋਈ ਨਹੀਂ, ਹੈਨਾ। ਹੁਣ ਏਕਨਾਥ ਸ਼ਿੰਦੇ ਨੂੰ ਐਵੇਂ ਥੋੜੀ ਥਾਪੜਾ ਦੇ ਕੇ ਬਣਾਇਆ ਗਿਆ। ਕੱਲ ਤੱਕ ਉਹ ਮਤਲਬ 3 ਵੀਲਰ ਚਲਾਉਂਦਾ ਸੀ ਤੇ ਅੱਜ ਉਹਦੇ ਕੋਲ ਕਰੋੜਾਂ ਦੀ ਜਾਇਦਾਦ ਉਹ ਕਿੱਥੋਂ ਆਈ? ਐਮਐਲਏ ਦੀ ਤਨਖਾਹ ਕਿੰਨੀ ਸੀ? ਐਮਐਲਏ ਦੀ ਪੈਨਸ਼ਨ ਕਿੰਨੀ ਕੁ? ਹਨਾ, ਸਾਰਾ ਕੁਝ ਲਗੁੱਤਮ ਅਗਲਿਆਂ ਨੇ ਕੱਢ ਕੇ ਰੱਖਿਆ। ਵਿਆਜ ਉਹ ਸਾਰੀਆਂ, ਮੈਂ ਤੇ ਅੱਜ 10 ਸਾਲ 8 ਸਾਲ ਪਹਿਲਾਂ ਮੈਂ ਕਹਿਤਾ ਸੀ, 7-8 ਸਾਲ ਪਹਿਲਾਂ ਕੋਈ ਫਾਈਲਾਂ ਖੁੱਲਣੀਆਂ ਨੇ ਸਾਰਿਆਂ ਦੀਆਂ ਫਾਈਲਾਂ ਹੈਗੀਆਂ ਨੇ। ਤੁਹਾਡੇ ਸਰਪੰਚਾਂ ਦੀਆਂ ਫਾਈਲਾਂ ਉਹਨਾਂ ਕੋਲ ਪਈਆਂ ਨੇ, ਪੰਚਾਂ ਦੀਆਂ ਪਈਆਂ ਨੇ, ਮੈਂਬਰ ਪੰਚਾਇਤ ਦੀਆਂ ਪਈਆਂ ਨੇ। ਯਾਰ ਤੁਸੀਂ ਕੀ ਗੱਲ ਕਰਦੇ ਹੋ? ਜਿਹਦਾ ਮਰਜ਼ੀ ਨੱਕ ਮਰੋੜ ਸਕਦੇ, ਕੰਨ ਮਰੋੜ ਸਕਦੇ ਵੀ ਇੱਧਰ ਆ, ਤੇਰਾ ਆਹ ਕੰਮ ਕਿੱਥੋਂ ਆਇਆ ਤੇਰਾ ਲਿਆ ਪਏ। ਅੱਛਾ ਚਲੋ, ਆਖਰੀ ਕੁਐਸਚਨ, ਗਧਿਆਂ ਦੀ ਤੁਲਨਾ ਸਿਆਸੀ ਆਗੂਆਂ ਨਾਲ ਕਰਨ ਨੂੰ ਲੈ ਕੇ ਗਧਿਆਂ ਦੀ ਤੁਹੀਨ, ਦੁਬਾਰਾ ਸਵਾਲ ਸਮਝ ਲਿਓ ਮੇਰਾ, ਗਧਿਆਂ ਦੀ ਤੁਲਨਾ ਸਿਆਸੀ ਆਗੂਆਂ ਨਾਲ ਕਰਨ ਨੂੰ ਲੈ ਕੇ ਗਧਿਆਂ ਦੀ ਤੁਹੀਨ ਕਰਨ ਦੀ ਪਟੀਸ਼ਨ ਅਦਾਲਤ ਵਿੱਚ ਦਾਖਲ। ਸੁਣਵਾਈ 5 ਜੁਲਾਈ ਨੂੰ ਹੋਵੇਗੀ। ਹੁਣ ਜੇ ਸਾਡੀ ਆਈਟੀ ਟੀਮ ਬਹੁਤ ਜ਼ਿਆਦਾ ਸਟਰੋਂਗ ਹੋਵੇ ਨਾ, ਇੱਕ ਪਾਸੇ ਲੀਡਰ ਪਾਇਆ ਹੋਵੇ, ਲੀਡਰ ਤੇ ਇੱਕ ਪਾਸੇ ਗਧਾ ਪਾਇਆ ਹੋਵੇ, ਤੇ ਮਤਲਬ ਮੈਂ ਕਹਿੰਦਾ ਕਿ ਥੋੜੀ ਜਿਹੀ ਹਿੰਟ ਪੁੱਠਾ ਸਿੱਧਾ ਜਿਹਾ ਪਾਇਆ ਹੋਵੇ, ਤੇ ਫਿਰ ਸ਼ੇਅਰ ਵੀ ਹੋ ਜਾਊਗਾ, ਫਿਰ ਸਬਸਕ੍ਰਾਈਬ ਵੀ ਹੋ ਜਾਊਗਾ ਵੀ ਯਾਰ ਆਹ ਬੰਦੇ ਚੰਗੀ ਗੱਲ ਕਰਦੇ। ਕੀ ਕਹਿਣਾ ਚਾਹੋਗੇ? 5 ਜੁਲਾਈ ਨੂੰ ਹੋ ਰਹੀ ਹੈ ਸੁਣਵਾਈ। ਇਹ ਪਾਕਿਸਤਾਨ ਦੀ ਗੱਲ। ਹਾਂ, ਪਾਕਿਸਤਾਨ ਨੂੰ ਜਿਹੜੀ ਚਾਈਨਾ ਵਿੱਚ ਗਧਿਆਂ ਦੀ ਕਮੀ ਹੋ ਗਈ ਸੀ, ਤੇ ਉਹਨਾਂ ਨੇ ਪਾਕਿਸਤਾਨ ਨੂੰ ਕਿਹਾ ਸਾਨੂੰ ਗਧੇ ਚਾਹੀਦੇ, ਉਹਨਾਂ ਗਧੇ ਮਹਿੰਗੇ ਲੈ ਕੇ ਵੀ ਸਪਲਾਈ ਕੀਤੀ। ਗਧਿਆਂ ਦੀ ਜਿਹੜੀ ਪਨੀਰੀ ਬੜੀ ਤਕੜੀ, ਬੜੀ ਜਲਦੀ ਉਹਨਾਂ ਨੇ ਪੈਦਾ ਕੀਤੀ। ਹੁਣ ਇੱਕ ਸਾਡੇ ਲੀਡਰ ਨੇ, ਬਰਿਸਟਰ ਨੇ, ਅਖਤਰ ਹੁਸੈਨ, ਉਹਨਾਂ 26 ਤਰੀਕ ਨੂੰ ਲਰਕਾਨਾ ਦੇ ਵਿੱਚ ਇੱਕ ਸਿਆਸੀ ਜਿਹੜੀ ਮੁਹਿੰਮ ਚਲਾਈ ਸੀ, ਉਹਦੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ, ਤੇ ਫੇਸਬੁੱਕ ਵੀਡੀਓ ਤੇ ਮੈਂ ਕਿਹਾ ਸੀ ਸਿਆਸਤ ਦੇ ਤੁਲਨਾ ਉਹਨਾਂ ਨੇ ਗਧਿਆਂ ਨਾਲ ਕੀਤੀ। ਹੁਣ ਪਾਕਿਸਤਾਨ ਦੇ ਵਿੱਚ ਇੱਕ ਕੋਰਟ ਦੇ ਵਿੱਚ, ਕਰਾਚੀ ਦੀ ਇੱਕ ਅਦਾਲਤ ਦੇ ਵਿੱਚ, ਇੱਕ ਬੰਦੇ ਨੇ ਬਕਾਇਦਾ ਤੌਰ ਤੇ ਪਟੀਸ਼ਨ ਪਾਤੀ ਹੈ ਜੀ, ਗਧਾ ਤੇ ਇੱਕ ਬੜਾ ਵਧੀਆ ਜਾਨਵਰ, ਬੜਾ ਮਿਹਨਤੀ ਜਾਨਵਰ ਆ, ਉਹਨਾਂ ਦੀ ਲੀਡਰ ਨਾਲ ਤੁਲਨਾ ਕਰਕੇ ਤੁਸੀਂ ਗਧੇ ਦੀ ਤੁਹੀਨ ਕੀਤੀ ਹੈ। ਓਏ ਹੋਏ 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 ਹੋਏ। ਉਹ ਪਟੀਸ਼ਨ ਜਿਹੜੀ ਦਾਇਰ ਵੀ ਹੋ ਗਈ, ਉਹ ਮਨਜ਼ੂਰ ਵੀ ਹੋ ਗਈ, ਉਹਦੇ ਉੱਤੇ ਬਕਾਇਦਾ ਤੌਰ ਤੇ 5 ਜੁਲਾਈ ਨੂੰ ਸੁਣਵਾਈ ਹੋਏਗੀ। ਤੇ ਉਹਨਾਂ ਨੇ ਕਿਹਾ ਵੀ ਜਿਹੜੇ ਲੀਡਰ, ਜਿਹੜਾ ਬਰਿਸਟਰ ਆ ਅਖਤਰ ਹੁਸੈਨ, ਜਿਹੜੀ ਉਹਨੇ ਆਪਣੇ ਲਫ਼ਜ਼ ਵਾਪਸ ਲੈ, ਤੇ ਇਹਨੂੰ ਜੁਰਮਾਨਾ ਕੀਤਾ ਜਾਵੇ। ਕਿ ਗਧਾ ਇੱਕ ਵਧੀਆ ਜਾਨਵਰ ਆ, ਭਾਰ ਢੋਂਦਾ ਵਾ, ਆਪਣਾ ਕੰਮ ਕਰਦਾ ਵਾ, ਮਿਹਨਤੀ ਆ, ਸਾਰੇ ਗੁਣ ਹੈਗੇ। ਲੀਡਰ ਦੀ ਕਿਹੜਾ ਗੁਣ ਹੈਗਾ? ਕੁੱਟ ਵੀ ਖਾਂਦਾ, ਛਿੱਤਰ ਵੀ ਖਾਂਦਾ, ਗਾਲਾਂ ਵੀ ਖਾਂਦਾ ਜੀ। ਇਸ ਕਰਕੇ ਕਹਿੰਦਾ ਗਧੇ ਦਾ ਤੁਲਨਾ ਨਹੀਂ ਕੀਤੀ ਲੀਡਰਾਂ ਨਾਲ, ਭ੍ਰਿਸ਼ਟ ਆਗੂ ਤੁਲਨਾ ਨਹੀਂ ਕੀਤੀ ਜਾ ਸਕਦੀ ਗਧੇ ਦੀ। ਗਧਾ ਇੱਕ ਵਧੀਆ ਜਾਨਵਰ। ਪਟੀਸ਼ਨ ਦੇ 5 ਤਰੀਕ ਸੁਣਵਾਈ ਹੈ, ਤੇ ਬੱਚੇ ਨੂੰ ਕਰਾਂਗੇ ਤੇ ਰਿਟਾਇਰ ਹੋ ਕੇ ਵਿਚਾਰੇ ਨੂੰ ਪੈਨਸ਼ਨ ਵੀ ਮਿਲਦੀ, ਪੈਨਸ਼ਨ ਨਹੀਂ ਮਿਲਦੀ। ਬਹੁਤ ਬਹੁਤ ਸ਼ੁਕਰੀਆ ਭੱਟੀ ਸਾਹਿਬ। ਰਿਟਾਇਰ ਹੁੰਦਾ ਹੀ ਨਹੀਂ, ਜਿੰਨਾ ਚਿਰ ਜਿਉਂਦਾ ਹੁੰਦਾ ਕੰਮ ਕਰੀ ਜਾਂਦਾ ਵਿਚਾਰਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਦੋਸਤੋ। ਹੈਪੀ 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 ਰਿਹਾ ਕਰੋ, ਕਿਉਂਕਿ ਹੈਪੀ ਕੈਨੇਡਾ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।